ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਨਮਸਕਾਰ ਸਿਰ ਖੜਗ ਕੋ ਕਰੋ ਸੁਹਿਤ ਚਿਤ ਲਾਏ। ਪੂਰਨ ਕਰੋ ਗਿਰੰਥ ਇਹ ਤੁਮ ਮੋਹਿ ਕਰੋ ਸਹਾਏ। ਸਦਾ ਏਕ ਜੋਤਿਅੰ ਅਜੂਨੀ ਸਰੂਪੰ ਮਹਾਦੇਵ ਦੇਵੰ ਮਹਾਭੂਪ ਭੂਪੰ। ਸਭਨ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ। ਏਕ ਚਿਤ ਜਿਹ ਇਕ ਛਿਨ ਧਿਆਇਓ ਕਾਲ ਫਾਸ ਕੈ ਬੀਚ ਨਾਇਓ। ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹ ਦੀ ਰੱਛਿਆ ਹਮਨੈ। ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ। ਮੂਕ ਊਚਰੈ ਸਾਸਤਰ ਖਾਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਥਮ ਜਯੋ ਤਿਹ ਰਾਮ ਕੁਮਾਰਾ ਭਰਤ ਲਛਮਨ ਸਤਰ ਬਿਦਾਰਾ। ਬਹੁਤ ਕਾਲ ਤਿਨ ਰਾਜ ਕਮਾਇਓ ਕਾਲ ਪਾਏ ਸੁਰਪੁਰ ਹੈ ਸਿਧਾਇਓ। ਪ੍ਰਥਮ ਜਯੋ ਤਿਹ ਰਾਮ ਕੁਮਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕਲਗੀਧਰ ਪਿਤਾ ਫੌਜਾਂ ਦੇ ਮਾਲਕ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਬਾਣੀ ਕੇ ਬੋਹਿਥ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਚਵਰ ਛਤਰ ਤਖਤ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ
ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਤਨੇਮ ਨਾਲ ਹੀ ਜੁੜ ਕਰਕੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰੂ ਸਾਹਿਬ ਜੀ ਨੂੰ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਜਿਸ ਤਰ੍ਹਾਂ ਸਤਿਗੁਰੂ ਜੀ ਕਿਸੇ ਤਰ੍ਹਾਂ ਸੇਵਾ ਬਖਸ਼ਿਸ਼ ਕਰਦੇ ਹੈ, ਉਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹ ਸੁਣ ਕੇ ਸਿਮਰਨ ਕਰਕੇ ਸੇਵਾ ਕਰਕੇ ਲਾਹਾ ਲੈ ਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੈ। ਸਤਿਗੁਰੂ ਜੀ ਦੇ ਸੋਹਣੇ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹਨ, ਜੋ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਕਥਾ ਪ੍ਰਾਰੰਭ ਕੀਤੀ ਹੈ ਕੁਝ ਦਿਨਾਂ ਤੋਂ। ਉਸ ਦੀ ਕਥਾ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ ਲੜੀਵਾਰ ਰੂਪ ਵਿੱਚ ਹੀ। ਜਿਵੇਂ ਗੁਰੂ ਮਹਾਰਾਜ ਜੀ ਨੇ ਸ੍ਰਿਸ਼ਟੀ ਦਾ ਰਚਨਾ ਦੱਸਿਆ ਕਿ ਉਹ ਉਸ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਓਅੰਕਾਰ ਧੁਨੀ ਨੂੰ ਉਚਾਰਨਾ ਕੀਤਾ, ਜਿਸ ਓਅੰਕਾਰ ਵਾਹਿਗੁਰੂ ਤੋਂ ਜੋ ਤ੍ਰਿਦਾ ਮੂਰਤੀ ਹੋ ਗਿਆ ਅਤੇ ਵਿਸ਼ਨੂੰ ਜੀ, ਬ੍ਰਹਮਾ ਜੀ, ਸ਼ਿਵ ਜੀ, ਇਹ ਤਿੰਨ ਦੇਵਤੇ ਪੈਦਾ ਕੀਤੇ। ਚੌਥਾ ਰਾਜਾ ਜਿਹੜਾ ਉਹ ਦਕਸ਼ ਪ੍ਰਜਾਪਤ ਪੈਦਾ ਕੀਤਾ, ਜਿਸ ਦੇ ਪਤਨੀ ਦੀ ਉਦਰ ਤੋਂ 10,000 ਲੜਕੀਆਂ ਪੈਦਾ ਹੋਈਆਂ ਸਨ। ਅਤੇ ਉਹ 10,000 ਲੜਕੀਆਂ ਇਹ ਪੁਰਾਣਾਂ ਵਿੱਚ ਲਿਖਿਆ ਹੋਇਆ ਹੈ ਕਿ ਚੰਦਰਮਾ ਨੇ 27 ਵਿਆਹ ਲਈਆਂ, 10 ਧਰਮ ਰਾਜੇ ਨੇ, 13 ਜਿਹੜੀਆਂ ਹੈ ਉਹ ਕਛਪ ਰਿਸ਼ੀ ਨੇ। ਅਤੇ ਜਿਹੜੀਆਂ ਕਛਪ ਰਿਸ਼ੀ ਨੇ 4 ਲੜਕੀਆਂ ਵਿਆਹੀਆਂ ਦਕਸ਼ ਪ੍ਰਜਾਪਤ ਦੀਆਂ, ਬਿਨਤਾ, ਕਦਰੂ, ਦਿੱਤੀ, ਅਦਿਤੀ। ਬਿਨਤਾ ਤੋਂ ਜਿਹੜੇ ਗਰੜ ਪੈਦਾ ਹੋਏ, ਪੰਛੀਆਂ ਦਾ ਰਾਜਾ, ਨਾਗ ਰਿਪ ਸੱਪਾਂ ਦਾ ਵੈਰੀ। ਅਤੇ ਜਿਹੜੀ ਕਦਰੂ, ਉਹ ਤੋਂ ਨਾਗ ਸੱਪ ਪੈਦਾ ਹੋਏ। ਜਿਹੜੀ ਅਦਿਤੀ, ਉਹ ਤੋਂ ਦੇਵਤੇ, ਅਤੇ ਦਿੱਤੀ ਤੋਂ ਦੈਂਤ। ਇਹ ਚਾਰਾਂ ਦੇ ਨਾਮ ਹੀ ਸਤਿਗੁਰੂ ਜੀ ਨੇ ਮੁੱਖ ਰੂਪ ਵਿੱਚ ਲਿਖੇ, ਜਿਨ੍ਹਾਂ ਤੋਂ ਅੱਗੇ ਮੁੱਢ ਬੱਝਾ ਹੈ ਜੀਵਾਂ ਦਾ। ਫਿਰ ਜਿਹੜੇ ਅਦਿਤੀ ਦੇ ਪੇਟ ਤੋਂ ਸੂਰਜ ਹੋਇਆ ਹੈ, ਸੂਰਜ ਨੇ ਜਦੋਂ ਜਨਮ ਧਾਰਿਆ, ਉੱਥੋਂ ਹੀ ਸੂਰਿਆ ਵੰਸ਼ ਚੱਲੀ, ਸੂਰਜਵੰਸ਼ੀ ਅਖਵਾਏ। ਸੂਰਜਵੰਸ਼ ਤੋਂ ਅੱਗੇ ਜਿਹੜੀ ਹੈ ਵੰਸ਼ ਚੱਲਦੀ ਗਈ। ਫਿਰ ਰਘੂ ਨਾਮ ਦਾ ਰਾਜਾ ਹੋਇਆ। ਬੜੀ ਵੱਡੀ ਜਿਹੜੀ ਹੈ ਵੰਸ਼ ਦਾ 63ਵੇਂ 64 ਨੰਬਰ 'ਤੇ ਜਾ ਕੇ ਰਘੂ ਰਾਜੇ ਦਾ ਨਾਮ ਆਉਂਦਾ ਹੈ। ਪਿੱਛੇ ਸਾਰੀ ਵੰਸ਼ ਮਹਾਨ ਕੋਸ਼ ਵਿੱਚ ਵੀ ਲਿਖੀ ਹੈ, ਕਿਸੇ ਵਿਦਵਾਨ ਨੇ ਲਿਖਿਆ ਹੈ ਰਘੁਵੰਸ਼ ਬਾਰੇ, ਸੂਰਿਆ ਵੰਸ਼ ਬਾਰੇ। ਜਦੋਂ ਰਘੂ ਰਾਜਾ ਹੋਇਆ, ਫਿਰ ਉਹਨੇ ਬੜਾ ਲੰਬਾ ਸਮਾਂ ਰਾਜ ਕੀਤਾ, ਰਘੂ ਵੰਸ਼ ਚੱਲ ਗਈ। ਰਘੂ ਦੇ ਅੱਗੇ ਘਰ ਪੁੱਤਰ ਹੋਇਆ ਅਜ ਰਾਜਾ। ਜਿਸ ਅਜ ਰਾਜੇ ਨੇ ਇੱਕ ਫਕੀਰ ਨੂੰ ਲਿਦ ਦੇ ਦਿੱਤੀ ਸੀ ਦਾਨ ਵਿੱਚ। ਫਿਰ ਬੜਿਆਂ ਔਖਿਆਂ ਹੋ ਕੇ ਥੋੜ੍ਹੀ ਥੋੜ੍ਹੀ ਚੂਰਨ ਵਾਂਗੂ ਖਾ ਕੇ ਮੁਕਾਈ ਸੀ ਉਹ ਅਜ ਰਾਜਾ, ਜੋ ਸ਼੍ਰੀ ਰਾਮ ਚੰਦਰ ਭਗਵਾਨ ਜੀ ਦੇ ਦਾਦਾ ਜੀ ਸਨ। ਅਤੇ ਰਾਜ ਭਾਗ ਛੱਡ ਕੇ ਇਹਨੇ ਦਸ਼ਰਥ ਨੂੰ ਦਿੱਤਾ। ਇੱਕ ਵਾਰੀ ਇਸ ਤਰ੍ਹਾਂ ਵੀ ਬਿਧ ਹੋ ਗਈ ਸੀ, ਅਜੇ ਸੋ ਰੋਵੈ ਭੀਖਿਆ ਖਾਏ, ਗੁਰਬਾਣੀ 'ਚ ਆਉਂਦਾ ਹੈ। ਇਹ ਅਜ ਰਾਜਾ ਸ਼ਿਕਾਰ ਖੇਡਣ ਗਿਆ ਹੋਇਆ ਸੀ। ਆਪਣੀ ਘਰਵਾਲੀ ਨੂੰ ਬੜਾ ਪ੍ਰੇਮ ਕਰਦਾ, ਘਰਵਾਲੀ ਇਹਦੇ ਨਾਲ ਬੜਾ ਪ੍ਰੇਮ ਕਰਦੀ ਸੀ। ਅਤੇ ਇਹਨੇ ਸੋਚਿਆ ਵੀ ਮੈਂ ਕਿਉਂ ਨਾ
ਘਰ ਵਾਲੀ ਮੈਨੂੰ ਪ੍ਰੇਮ 'ਤੇ ਬੜਾ ਕਰਦੀ, ਦੀ ਪਰਖ ਲੈ ਲਵਾਂ ਕਿੰਨਾ ਕੁ ਪ੍ਰੇਮ ਕਰਦੀ ਹੈ। ਉਹ ਫਿਰ ਇਹਨੇ ਆਪਣੇ ਇੱਕ ਦਾਸ ਨੂੰ ਆਪਣੇ ਕੱਪੜੇ ਜਿਹੜੇ ਪੁਸ਼ਾਕਾਂ ਖੂਨ ਨਾਲ ਲਬੇੜ ਕੇ ਸ਼ਿਕਾਰ ਕਰਕੇ, ਸ਼ਿਕਾਰ ਦੇ ਖੂਨ ਨਾਲ ਆਪਣੇ ਕੱਪੜੇ ਪੂਰੇ ਲਬੇੜ ਕੇ ਗੁੜਚੂ ਕਰਕੇ ਉਹ ਨੌਕਰ ਹੱਥ ਦੇ ਦਿੱਤੇ ਅਤੇ ਕਿਹਾ ਵੀ ਮੇਰੀ ਪਤਨੀ ਨੂੰ ਤੂੰ ਦੇ ਦੇਈਂ। ਉਹਨੂੰ ਕਹਿਣਾ ਵੀ ਤੇਰਾ ਪਤੀ ਅੱਜ ਰਾਜਾ ਮਰ ਗਿਆ ਹੈ। ਉਹ ਨੌਕਰ ਨੇ ਉਸੇ ਤਰ੍ਹਾਂ ਕੀਤਾ, ਪੁਸ਼ਾਕਾ ਰਾਜੇ ਦਾ ਖੂਨ ਨਾਲ ਲਿਬੜਿਆ ਲੈ ਕੇ ਆ ਗਿਆ। ਘਰ ਵਾਲੀ ਦੀ ਨੂੰ ਦਿੱਤਾ ਵੀ ਤੇਰਾ ਪਤੀ ਜਿਹੜਾ ਹੈ ਉਹ ਸ਼ਿਕਾਰ ਖੇਡਣ ਗਿਆ ਸੀ ਅਤੇ ਉੱਥੇ ਕਿਸੇ ਸ਼ੇਰ ਨੇ ਉਹਨੂੰ ਮਾਰ ਦਿੱਤਾ, ਉਹ ਖਤਮ ਹੋ ਗਿਆ। ਇਹ ਬੜੀ ਹੁਣ ਪਤੀਵਰਤਾ ਧਰਮ ਵਾਲੀ ਸੀ, ਜਿਸ ਕਰਕੇ ਇਹ ਸਦਮਾ ਉਹ ਸਹਿ ਨਾ ਸਕੀ। ਇਸੇ ਗਮ ਵਿੱਚ ਉਹਨੇ ਪ੍ਰਾਣ ਤਿਆਗ ਦਿੱਤੇ। ਇੱਧਰੋਂ ਅੱਜ ਰਾਜਾ ਜਿਹੜਾ ਅਗਲੇ ਦਿਨ ਘਰ ਵਾਪਸ ਆਇਆ ਮਹਿਲਾਂ 'ਚ, ਜਦੋਂ ਇਹਨੇ ਵੇਖਿਆ ਵੀ ਮੇਰੀ ਘਰ ਵਾਲੀ ਤੇ ਪ੍ਰਾਣ ਤਿਆਗ ਦਿੱਤੇ ਆ, ਉਹ ਉਸ ਵੇਲੇ ਬੜਾ ਵਿਰਾਗ ਕਰਦਾ, ਕੂਕਾਂ ਮਾਰਦਾ, ਵਿਰਾਗੀ ਹੋ ਕੇ ਰਾਜ ਭਾਗ ਨੇ ਛੱਡ ਕੇ ਤੇ ਚਲਾ ਗਿਆ ਸੀ ਬਾਹਰ, ਤਿਆਗੀ ਹੋ ਗਿਆ। ਅਤੇ ਉੱਥੇ ਜਦੋਂ ਤਿਆਗੀ ਹੋਏ ਨੇ ਕਿਸੇ ਦੇ ਘਰ ਮੰਗਣ ਗਿਆ ਭਿੱਖਿਆ, ਅੱਗੋਂ ਕਿਸੇ ਮਾਈ ਨੇ ਤਾਨਾ ਮਾਰੇ ਵੀ ਵੇਖੋ ਕਿੱਡਾ ਤਗੜਾ ਮਸਟੰਡਾ ਹੈ, ਮੰਗ ਮੰਗ ਕੇ ਖਾਂਦਾ ਫਿਰਦਾ। ਉਸ ਵੇਲੇ ਅੱਜ ਰਾਜਾ ਬੜਾ ਰੋਇਆ ਸੀ। ਮਹਾਰਾਜ ਕਹਿੰਦੇ ਅਜ ਸੋ ਰੋਵੈ ਭੀਖਿਆ ਖਾਏ। ਉਹ ਅੱਜ ਰਾਜਾ ਜਿਹਨੇ ਦਸ਼ਰਥ ਨੂੰ, ਦਸ਼ਰਥ ਇਹਦਾ ਲੜਕਾ ਸੀ, ਆਪਣਾ ਰਾਜ ਭਾਗ ਸਾਰਾ ਦੇ ਦਿੱਤਾ। ਪਤਨੀ ਦੇ ਸਰੀਰ ਛੱਡਣੇ ਕਰਕੇ ਆਪ ਜੋਗ ਸੰਨਿਆਸ ਲੈ ਲਿਆ ਸੀ। ਅਤੇ ਅੱਗੇ ਜੋ ਦਸ਼ਰਥ ਰਾਜਾ ਹੋਇਆ, ਮਹਾਰਾਜ ਲਿਖਦੇ ਹੋਤ ਪਇਓ ਵਹਿ ਮਹਾ ਧਨੁਰ ਧਰ। ਬੜਾ ਧਨੁਸ਼ ਧਾਰੀ, ਬੜਾ ਬਲੀ ਸੀ ਦਸ਼ਰਥ ਰਾਜਾ, ਜੋ ਮਹਾਰਥੀ 10,000 ਨਾਲ ਲੜਨ ਵਾਲਾ ਸੀ ਇਕੱਲਾ ਹੀ, ਬੜਾ ਬਲੀ। ਉਸ ਦਸ਼ਰਥ ਰਾਜੇ ਨੇ ਅੱਗੇ 3 ਇਸਤਰੀਆਂ ਦੇ ਨਾਲ ਵਿਆਹ ਕੀਤਾ ਆਪਣੀ ਰੁਚੀ ਅਨੁਸਾਰ। ਇੱਕ ਤੇ ਕੌਸਲਿਆ, ਦੂਸਰੀ ਸੁਮਿਤਰਾ, ਤੀਸਰੀ ਕੇਕਈ। ਇਹ ਤਿੰਨਾਂ ਦੇ ਨਾਲ ਇਹਨੇ ਸ਼ਾਦੀ ਕੀਤੀ। ਫਿਰ ਅੱਗੇ ਜਿਵੇਂ ਉਹਨਾਂ ਦੀ ਵੰਸ਼ ਹੋਈ, ਕਲਗੀਧਰ ਪਿਤਾ ਮਹਾਰਾਜ ਬਚਿੱਤਰ ਨਾਟਕ ਦੇ ਦੂਜੇ ਅਧਿਆਏ ਵਿੱਚ ਸਤਿਗੁਰੂ ਕਹਿ ਰਹੇ ਹਨ, ਜਿਵੇਂ ਕਥਾ ਵਿਚਾਰ ਆਉਂਦੀ ਹੈ, ਗੁਰੂ ਮਹਾਰਾਜ ਥੋੜ੍ਹਾ ਥੋੜ੍ਹਾ ਦੱਸ ਰਹੇ ਹਨ। ਉਂਝ ਤਾਂ ਬਹੁਤ ਵਿਸਥਾਰ ਇਹਨਾਂ ਕਥਾ ਦਾ। ਅਸਲ ਮਕਸਦ ਵੀ ਸੋਢ ਵੰਸ਼ ਕਿੱਥੋਂ ਚੱਲੀ ਹੈ ਸਾਡੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸਣ ਵਾਸਤੇ ਟੂਕ ਮਾਤਰ, ਇਸ਼ਾਰੇ ਮਾਤਰ ਥੋੜ੍ਹਾ ਥੋੜ੍ਹਾ ਨਾਲ ਦੱਸ ਰਹੇ ਹਨ। ਗੁਰੂ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਨਵਾਓ ਸੀਸ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਥਮ ਜਯੋ ਤਿਹ ਰਾਮ ਕੁਮਾਰਾ। ਦਸ਼ਰਥ ਨੇ ਜਦੋਂ 3 ਇਸਤਰੀਆਂ ਵਰੀਆਂ ਵਿਆਹ ਕੀਤੇ, 3, ਅਤੇ ਸਭ ਤੋਂ ਪਹਿਲਾਂ ਜੋ ਸੀ ਕੌਸਲਿਆ, ਕੌਸਲਿਆ ਦੀ ਉਦਰ ਤੋਂ ਜੋ ਸ਼੍ਰੀ ਰਾਮ ਚੰਦਰ ਭਗਵਾਨ ਜੀ ਇੱਕ ਕੁਵਾਰ ਅਵਸਥਾ ਵਾਲੇ, ਉਹ ਪੈਦਾ ਹੋਏ। ਰਾਮ ਚੰਦਰ ਜੀ ਨੂੰ ਜਨਮ ਦਿੱਤਾ ਜਿਹੜੀ ਕੌਸਲਿਆ ਨੇ। ਭਰਤ ਲਛਮਨ ਸਤਰ ਬਿਦਾਰਾ। ਅਤੇ ਦੂਸਰੀ ਕੇਕਈ, ਕੇਕਈ ਦੇ ਪੇਟ ਤੋਂ ਭਰਤ ਸ਼੍ਰੀ ਰਾਮ ਚੰਦਰ ਜੀ ਦਾ ਭਰਾ ਨੇ ਜਨਮ ਲਿਆ। ਅਤੇ ਲਛਮਨ ਅਤੇ ਸ਼ਤਰੂਘਨ, ਇਹਨਾਂ ਦੋਨਾਂ ਨੂੰ ਸੁਮਿਤਰਾ ਨੇ ਜਨਮ ਦਿੱਤਾ। ਬਹੁਤ ਕਾਲ ਤਿਨ ਰਾਜ ਕਮਾਇਓ। ਖਾਲਸਾ ਜੀ, ਫਿਰ ਇਹਨਾਂ ਭਰਾਵਾਂ ਨੇ ਸ਼੍ਰੀ ਰਾਮ ਚੰਦਰ ਜੀ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ਆਏ,
ਪਹਿਲਾਂ 14 ਸਾਲ ਭਰਤ ਸ਼੍ਰੀ ਰਾਮਚੰਦਰ ਭਗਵਾਨ ਦੀਆਂ ਖੜਾਵਾਂ ਆਸਣ 'ਤੇ ਰੱਖ ਗਈ ਅਤੇ ਇਵੇਂ ਰਾਜ ਕੀਤਾ। ਭਾਵ ਆਪ ਨਹੀਂ ਕੀਤਾ, ਖੜਾਵਾਂ ਸ਼੍ਰੀ ਰਾਮਚੰਦਰ ਭਗਵਾਨ ਜੀ ਦੇ ਰੱਖ ਛੱਡੀਆਂ ਆਸਣ 'ਤੇ ਵੀ ਉਹਨਾਂ ਦਾ ਹੀ ਰਾਜ ਹੈ। ਇਹ ਭਰਤ ਰਾਜੇ ਦੀ ਬੜੀ ਭਗਤੀ ਹੋਈ ਅਤੇ ਭਰਤ, ਲਛਮਣ, ਸ਼ਤਰੂਘਨ, ਸ਼੍ਰੀ ਰਾਮਚੰਦਰ ਜੀ ਰਲ ਮਿਲ ਕੇ ਅਯੁੱਧਿਆ ਵਿੱਚ ਖਾਲਸਾ ਜੀ ਬਹੁਤ ਸਮਾਂ ਇਹਨਾਂ ਰਾਜ ਭਾਗ ਕਮਾਇਆ, ਰਾਜ ਕੀਤਾ। ਕਾਲ ਪਾਏ ਸੁਰਪੁਰ ਹੈ ਸਿਧਾਇਓ। ਐਵੇਂ ਜੋ ਰੱਬ ਦੀ ਇੱਕ ਮਰਿਆਦਾ ਹੀ ਹੈ ਵੀ ਸਮਾਂ ਪਾ ਕੇ, ਕਾਲ ਪਾ ਕੇ ਸਭ ਨੇ ਜਾਣਾ ਹੈ। ਜੋ ਆਇਆ ਸੋ ਚੱਲ ਸੀ, ਜੋ ਵੀ ਆਏ ਹੈ ਅਵਤਾਰ ਸਭ ਗਏ ਹਨ। ਇਹ ਸਮਾਂ ਪਾ ਕੇ ਸੁਰਪੁਰ ਹੈ ਸਿਧਾਇਓ, ਦੇਵਲੋਕ ਨੂੰ ਚਲੇ ਗਏ ਚਾਰੋਂ ਹੀ। ਸੀਯ ਸੁਤ ਬਹਰ ਭਾਏ ਦੋਏ ਰਾਜਾ। ਜਿਹੜੇ ਸਮਾਂ ਪਾ ਕੇ ਕਾਲ ਚਲੇ ਗਏ ਅਤੇ ਜੋ ਮਾਤਾ ਸੀਤਾ ਸੀ ਹਨ ਸ਼੍ਰੀ ਰਾਮਚੰਦਰ ਜੀ ਦੇ ਸੁਪਤਨੀ, ਉਹਨਾਂ ਦੇ ਘਰ 2 ਪੁੱਤਰ ਹੋਏ, 2 ਰਾਜੇ ਪ੍ਰਗਟ ਪੈਦਾ ਹੋਏ। ਰਾਜ ਪਾਟ ਉਨਹੀ ਕੋ ਸਾਜਾ। ਉਹ ਕਿਹੜੇ ਹੋਏ? ਇੱਕ ਤੇ ਹੋਇਆ ਲਹੂ, ਇੱਕ ਹੋਇਆ ਕੁਸ਼ੂ। ਲਹੂ ਕੁਸ਼ੂ 2 ਪੁੱਤਰ ਪੈਦਾ ਹੋਏ ਜੋ ਰਾਜੇ ਹੋਏ ਬਣੇ ਫਿਰ, ਅਤੇ ਜਿਨ੍ਹਾਂ ਨੂੰ ਰਾਜ ਭਾਗ ਸਾਰਾ ਸ਼੍ਰੀ ਰਾਮਚੰਦਰ ਜੀ ਨੇ ਬਖਸ਼ ਦਿੱਤਾ ਸੀ, ਦੇ ਦਿੱਤਾ ਸੀ, ਅਤੇ ਉਹ ਰਾਜ ਭਾਗ 'ਤੇ ਸੋਭਨੀਕ ਹੋਏ ਦੋਨੋਂ ਭਰਾ। ਮਦਰ ਦੇਸ ਈਸਵਰਜ ਮਦਰ ਦੇਸ ਈਸਵਰਜਾ ਬਰੀ ਜਬ। ਫਿਰ ਇਹਨਾਂ ਦੋਨਾਂ ਭਰਾਵਾਂ ਨੇ ਪੰਜਾਬ ਦੇ ਉੱਪਰ, ਪੰਜਾਬ ਦੀ ਧਰਤੀ 'ਤੇ ਕਬਜ਼ਾ ਕੀਤਾ, ਲਹੂ ਤੇ ਕੁਸ਼ੂ ਨੇ, ਅਤੇ ਰਾਜਕੁਮਾਰੀਆਂ ਵਿਆਹੀਆਂ, 2 ਲੜਕੀਆਂ ਵਿਆਹੀਆਂ ਨਾਲ ਵਿਆਹ ਕੀਤੇ। ਭਾਂਤ ਭਾਂਤ ਕੇ ਜਗ ਕੀਏ ਤਬ। ਫਿਰ ਜਦੋਂ ਵਿਆਹ ਹੋ ਗਏ ਐਸੇ ਖੁਸ਼ੀ ਵਿੱਚ ਹੀ ਅਤੇ ਰਾਜ ਭਾਗ ਵੀ ਕਰਦੇ ਮੱਧਰ ਦੇਸ਼ 'ਤੇ ਇਹਨਾਂ ਨੇ ਆਪਣਾ ਜਿਹੜਾ ਪੰਜਾਬ ਦੇਸ਼ 'ਤੇ ਕਬਜ਼ਾ ਵੀ ਕਰ ਲਿਆ ਸੀ। ਇਸੇ ਖੁਸ਼ੀ ਵਿੱਚ ਉਹਨਾਂ ਨੇ ਬੜੇ ਵੱਡੇ ਤਰ੍ਹਾਂ ਦੇ ਜੱਗ ਕੀਤੇ। ਤਹੀ ਤਿਨ ਬਾਂਧੇ ਦੋਏ ਪੁਰਬਾ। ਫਿਰ ਉੱਥੇ ਪੰਜਾਬ ਦੀ ਧਰਤੀ 'ਤੇ ਹੀ ਸਤਿਗੁਰੂ ਕਹਿ ਰਹੇ ਹੈ ਵੀ ਦੋਵਾਂ ਲਹੂ ਦੇ ਕੁਸ਼ੂ ਨੇ 2 ਪੁਰੀਆਂ ਬਣੀਆਂ, ਭਾਵ 2 ਸ਼ਹਿਰ ਵਸਾਏ। ਏਕ ਕਸੂਰ ਦਤੀਯ ਲੋਹਰਾਵਾ। ਦੋਵੇਂ ਭਰਾਵਾਂ ਨੇ 2 ਹੀ ਸ਼ਹਿਰ ਵਸਾਏ। ਜਿਹੜਾ ਸੀ ਕੁਸ਼ੂ ਰਾਮਚੰਦਰ ਜੀ ਦਾ ਸੁਪੁੱਤਰ, ਉਸ ਨੇ ਕਸੂਰ ਸ਼ਹਿਰ ਵਸਾਇਆ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਅਤੇ ਲਾਹੌਰ ਵੀ ਪਾਕਿਸਤਾਨ 'ਚ ਹੀ ਹੈ। ਲਹੂ ਨੇ ਲਾਹੌਰ ਸ਼ਹਿਰ ਦੂਸਰਾ ਵਸਾਇਆ। ਅਧਿਕ ਪੁਰੀ ਤਾ ਦਉ ਬਿਰਾਜੀ। ਇਹ ਦੋਵੇਂ ਜਿਹੜੀਆਂ ਪੁਰੀਆਂ ਹੈ ਲਾਹੌਰ ਅਤੇ ਕਸੂਰ, ਬਹੁਤ ਅਧਿਕ ਪੁਰੀ ਹੋ, ਜਿੰਨੀਆਂ ਪੁਰੀਆਂ ਸਾਰੀਆਂ ਪੁਰੀਆਂ ਅਤੇ ਦੋਵੇਂ ਪੁਰੀਆਂ ਬੜੀਆਂ ਸੋਭਨੀਕ ਹੋਈਆਂ, ਬਹੁਤ ਸੁੰਦਰ ਪੁਰੀਆਂ ਸਨ। ਨਿਰਖ ਲੰਕ ਅਮਰਾਵਤ ਲਾਜੀ। ਇਹ ਸ਼ਹਿਰ ਦੋਵੇਂ ਬਹੁਤ ਸੋਭਾ ਵਾਲੇ ਹੋਏ, ਅਤੇ ਜਿਨ੍ਹਾਂ ਸ਼ਹਿਰਾਂ ਨੂੰ ਵੇਖ ਕੇ ਲਾਹੌਰ ਨੂੰ ਅਤੇ ਕਸੂਰ ਨੂੰ ਅਮਰਾਵਤ ਲਾਜੀ, ਇੰਦਰਪੁਰੀ ਜਿਹੜੀ ਉਹ ਵੀ ਸ਼ਰਮਸ਼ਾਰ ਹੋ ਗਈ। ਅਤੇ ਲੰਕਾ ਜਿਹੜੇ ਰਾਵਣ ਦੀ ਲੰਕਾ ਉਹ ਵੀ ਸ਼ਰਮਿੰਦੀ ਹੋ ਰਹੀ ਸੀ ਕਿ ਜਿਹੋ ਜਿਹੇ ਸ਼ਹਿਰ ਇਹਨਾਂ ਨੇ ਵਸਾਏ ਆ ਇਹੋ ਜਿਹੇ ਤਾਂ ਅਸੀਂ ਵੀ ਸੋਹਣੀਆਂ ਨਹੀਂ ਹਾਂ। ਇਵੇਂ ਉਹ ਵੀ ਸ਼ਰਮਸ਼ਾਰ ਹੋ ਰਹੀਆਂ ਸਨ। ਬਹੁਤ ਕਾਲ ਤਿਨ ਰਾਜ ਕਮਾਇਓ। ਬਹੁਤ ਸਮਾਂ ਇਹਨਾਂ ਲਹੂ ਤੇ ਕੁਸ਼ੂ ਨੇ ਰਾਜ ਭਾਗ ਕਮਾਇਆ। ਜਾਲ ਕਾਲ ਤੇ ਅੰਤ ਫਸਾਇਓ। ਅੰਤ ਨੂੰ ਜੋ ਜਾਲ ਹੈ ਨਾ ਕਾਲ ਦਾ ਸਭ ਉੱਪਰ, ਉਸ ਕਾਲ ਨੇ ਆਪਣੇ ਜਾਲ ਦੇ ਵਿੱਚ ਅੰਤ ਨੂੰ ਫਸਾ ਹੀ ਲਿਆ, ਭਾਵ ਕਾਲ ਦੇ ਵੱਸ ਹੋ ਗਏ ਦੋਨੋਂ ਵੀ। ਤਿਨ ਤੇ ਪੁੱਤਰ ਪੌਤਰ ਜੇ ਵਏ। ਲਹੂ ਤੇ ਕੁਸ਼ੂ ਤੋਂ ਦੋਹਾਂ ਤੋਂ ਜਿਹੜੇ ਪੁੱਤਰ ਬੜੇ ਅੱਗੇ ਪ੍ਰਗਟ ਪੈਦਾ ਹੋਏ। ਵਏ ਦਾ ਅਰਥ ਹੋਏ ਪੁੱਤਰ ਹੋਏ, ਗਾਂ ਪੁੱਤਰਾਂ ਦੇ ਗਾਂ ਪੁੱਤਰ ਹੋਏ, ਐਵੇਂ ਪੁੱਤ ਪੋਤਰੇ ਬੜੇ ਹੋ ਗਏ। ਰਾਜ ਕਰਤ ਇਹ ਜਗ ਕੋ ਭਏ। ਉਹ ਪੁੱਤਰ ਪੋਤਰ ਵੀ ਪੈਦਾ ਹੋ ਕੇ ਇਸ ਜੱਗ ਦੇ ਵਿੱਚ
ਪੰਜਾਬ ਦੀ ਧਰਤੀ ਤੇ ਰਾਜ ਭਾਗ ਕਰਦੇ ਰਹੇ। ਕਹਾਂ ਲੱਗੇ ਤੇ ਬਰਨ ਸੁਨਾਉ। ਗੁਰੂ ਸਾਹਿਬ ਜੀ ਕਹਿੰਦੇ ਹੈ ਕਿ ਉਹਨਾਂ ਦਾ ਜਿਹੜਾ ਵਰਣਨ ਹੈ, ਕਥਨ ਹੈ, ਕਿੱਥੋਂ ਕੁ ਤੱਕ ਅਸੀਂ ਸੁਣਾ ਕੇ ਦੱਸਣਾ ਕਰੀਏ। ਪੁੱਤਰ ਪੌਤਰਾਂ ਦਾ ਜਿਹੜਾ ਉਹਨਾਂ ਰਾਜ ਕੀਤਾ ਤੇ ਬਹੁਤ ਜਾਣੇ ਆ, ਕਿਹਦਾ ਨਾਮ ਲਈ ਜਿਹੜੇ ਇੰਨੇ ਹੋਏ ਤੇ ਰਾਜੇ ਸਾਰੇ ਹੋਏ, ਉਹਨਾਂ ਦਾ ਨਾਮ ਕਿੱਥੋਂ ਕੁ ਤੱਕ ਵਰਣਨ ਕਰਕੇ ਸੁਣਾਈਏ। ਤਿਨਕੇ ਨਾਮ ਨਾ ਸੰਖਿਆ ਪਾਉ। ਉਹਨਾਂ ਦੇ ਜੇ ਨਾਮ ਲਿਖਣ ਲੱਗ ਪਈਏ ਤੇ ਗਿਣਤੀ ਨਹੀਂ ਪਾਵਾਂਗੇ, ਬਹੁਤ ਗਿਣਤੀ ਵੱਧ ਜਾਏਗੀ। ਹੋਤ ਚਹੁ ਜੁਗ ਮੈਂ ਜੇ ਆਏ। ਜਿਹੜੇ ਵੀ ਚਾਰੇ ਜੁਗਾਂ ਵਿੱਚ ਹੀ ਰਾਜੇ ਬੜੇ ਤਗੜੇ ਹੁੰਦੇ ਹੋਏ ਆਏ ਹੈ, ਬਣਦੇ ਆਏ ਹਨ। ਤਿਨਕੇ ਨਾਮ ਨਾ ਜਾਤ ਗਨਾਏ। ਖਾਲਸਾ ਜੀ ਉਹਨਾਂ ਦੇ ਨਾਮ ਗਿਣੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਸਤਿਯੁਗ ਤੋਂ ਲੈ ਕੇ ਆ ਕਲਯੁਗ ਆ ਗਿਆ ਹੈ ਤੇ ਕਿੰਨੇ ਰਾਜੇ ਹੋ ਚੁੱਕੇ ਹੈ। ਉਹਨਾਂ ਦੇ ਨਾਮ ਜੇ ਗਿਣ ਲੱਗ ਪਈਏ ਗਿਣੇ ਨਹੀਂ ਜਾ ਸਕਦੇ, ਗਿਣ ਨਹੀਂ ਸਕਦੇ। ਜੋ ਅਬ ਅਤਲੀ ਜੋ ਅਬ ਤੋ ਕਿਰਪਾ ਬਲ ਪਾਓ। ਫਿਰ ਨਾਲ ਹੀ ਮਹਾਰਾਜ ਕਹਿੰਦੇ, ਹੇ ਪ੍ਰਮਾਤਮਾ ਵਾਹਿਗੁਰੂ, ਜੇ ਅਸੀਂ ਹੁਣ ਤੁਹਾਡੀ ਕਿਰਪਾ ਦਾ ਬਲ ਪਾਈਏ, ਤੁਹਾਡੀ ਕਿਰਪਾ ਨਾਲ ਮਹਾਨ ਬਲ ਪਾਈਏ। ਨਾਮ ਜਥਾ ਮਤ ਭਾਖ ਸੁਨਾਉ। ਫਿਰ ਅਸੀਂ ਆਪਣੀ ਬੁੱਧੀ ਅਨੁਸਾਰ, ਜਿਸ ਤਰ੍ਹਾਂ ਆਪ ਜੀ ਬੁੱਧੀ ਬਖਸ਼ੋਗੇ, ਉਸੇ ਤਰ੍ਹਾਂ ਰਾਜ ਦੇ ਨਾਮ ਅਸੀਂ ਕਹਿ ਕੇ ਸੁਣਾਵਾਂਗੇ। ਅਤੇ ਇਸੇ ਤਰ੍ਹਾਂ ਜਥਾ ਮਤ, ਜਿਸ ਤਰ੍ਹਾਂ ਆਪ ਮਤ ਬੁੱਧ ਬਖਸ਼ ਰਹੇ ਹੋ, ਉਵੇਂ ਰਾਜਿਆਂ ਦੇ ਨਾਮ ਅਸੀਂ ਕਹਿ ਕੇ ਸੁਣਾਉਂਦੇ ਹਾਂ। ਅੱਗੇ ਕਾਲ ਕੇਤ ਅਰ ਕਾਲ ਰਾਏ ਭਨ। ਇਹ ਜਿਹੜੇ ਲਹੂ ਤੇ ਕੁਸ਼ੂ ਹੋਏ ਹੈ ਤੇ ਜਿਹੜੇ ਅੱਗੇ ਪੁੱਤ ਪੋਤਰੇ ਹੁੰਦੇ ਆਏ, ਪੀੜ੍ਹੀਆਂ ਚੱਲਦੀਆਂ ਆਈਆਂ, ਉਹ ਪੀੜ੍ਹੀਆਂ ਵਿੱਚੋਂ ਜਿਹੜਾ ਕਾਲ ਕੇਤ ਸੀ, ਕੁਸ਼ੂ ਦੀ ਔਲਾਦ ਵਿੱਚੋਂ ਪੁੱਤ ਪੋਤਰਿਆਂ ਗਾਂਹ ਦੀ ਗਾਂਹ ਪੀੜ੍ਹੀ ਜਿਹੜੀ ਚੱਲਦੀ ਆ ਰਹੀ ਸੀ, ਕੁਸ਼ੂ ਦੇ ਤਖਤ ਉੱਪਰ ਕਾਲ ਕੇਤ ਬੈਠਾ ਤੇ ਕਾਲ ਰਾਏ ਜੋ ਲਹੂ ਸੀ, ਲਹੂ ਤੋਂ ਲਾਹੌਰ ਵਸਿਆ, ਲਹੂ ਦੇ ਤਖਤ ਉੱਪਰ ਕਾਲ ਰਾਏ ਬੈਠਾ ਤਖਤ ਤੇ। ਇਵੇਂ ਕਾਲ ਕੇ ਤੇ ਕਾਲ ਰਾਏ ਜਿਨ੍ਹਾਂ ਦਾ ਨਾਮ ਕਹੀਦਾ ਹੈ। ਜਿਨ ਤੇ ਭਏ ਪੁੱਤਰ ਅਰ ਅਨਗਨ। ਫਿਰ ਕਾਲ ਕੇ ਤੇ ਕਾਲ ਰਾਏ ਤੋਂ ਭਾਵ ਲਹੂ ਕੁਸ਼ੂ ਦੀ ਜਿਹੜੀ ਅੰਸ਼ ਬੰਸ ਤੋਂ ਅੱਗੇ ਜਿਨ੍ਹਾਂ ਤੋਂ ਫਿਰ ਅਣਗਿਣਤੀ ਹੋਰ ਪੁੱਤਰ ਹੋਏ, ਅੱਗੇ ਤੋਂ ਅੱਗੇ ਅੰਸ਼ ਬੰਸ ਵਧੀ। ਕਾਲ ਕੇਤ ਭਇਓ ਬਲੀ ਅਪਾਰਾ। ਜਿਹੜਾ ਕੁਸ਼ੂ ਦੀ ਬੰਸ ਵਿੱਚੋਂ ਸੀ ਨਾ ਕਾਲ ਕੇਤ, ਉਹ ਤੇ ਬਹੁਤ ਤਗੜਾ ਬਲੀ ਹੋਇਆ, ਬਹੁਤ ਤਗੜਾ ਬਲ ਵਾਲਾ ਹੋਇਆ। ਕਾਲ ਰਾਏ ਜਿਨ ਨਗਰ ਨਿਕਾਰਾ। ਫਿਰ ਜਿਹੜਾ ਲਹੂ ਦੀ ਬੰਸ ਵਿੱਚੋਂ ਸੀ ਕਾਲ ਰਾਏ ਰਾਜਾ, ਕਾਲ ਰਾਏ ਨੂੰ ਜਿਹਨੇ ਕਾਲ ਕੇਤ ਨੇ ਕੱਢ ਦਿੱਤਾ ਇੱਥੋਂ ਲਾਹੌਰ ਤੋਂ ਕਾਲ ਰਾਏ ਨੂੰ ਕੱਢ ਦਿੱਤਾ ਕਾਲ ਕੇਤ ਨੇ। ਭਾਜ ਸਨੋਡ ਦੇਸ ਤੇ ਗਏ। ਇਸੇ ਕਰਕੇ ਜਿਹੜਾ ਕਾਲ ਰਾਏ ਹੈ ਉਹ ਫਿਰ ਭੱਜ ਕੇ ਇੱਥੋਂ ਪੰਜਾਬ ਤੋਂ, ਇਹ ਜਿਹੜਾ ਮਥੁਰਾ ਹੈ, ਆਗਰਾ, ਮਥੁਰਾ, ਭਰਤਪੁਰ, ਇਹ ਜਿਹੜੇ ਇਲਾਕੇ ਹਨ, ਇੱਥੇ ਇਹ ਸਨੌੜ ਦਾ ਇਲਾਕਾ ਨੂੰ ਕਿਹਾ ਜਾਂਦਾ ਹੈ। ਉਹ ਸਨੌੜ ਭੱਜ ਕੇ ਸਨੌੜ ਦੇਸ਼ ਦੇ ਵਿੱਚ ਚਲੇ ਗਏ। ਤਹੀ ਭੂਪਜਾ ਵਿਆਹਤ ਭਏ। ਇੱਥੋਂ ਚਲੇ ਗਿਆ ਕਾਲ ਰਾਏ ਭੱਜ ਕੇ ਸਨੌੜ ਦੇਸ਼ ਜਿਹੜਾ ਹੈ, ਭਰਤਪੁਰ, ਮਥੁਰਾ, ਹੋਰ ਆਗਰਾ ਵਿੱਚ ਹੀ ਆ ਜਾਂਦਾ ਹੈ। ਇਹ ਇਲਾਕੇ ਹੁੰਦੇ ਰਾਜਸਥਾਨ ਦੇ, ਕੁਝ ਮੱਧ ਪ੍ਰਦੇਸ਼ ਦਾ, ਇਹ ਯੂਪੀ ਦੇ ਕੁਝ ਇਲਾਕੇ ਆ ਜਾਂਦੇ। ਇਹ ਸਨੌੜ ਦੇਸ਼ 'ਚ ਕਿਹਾ ਜਾਂਦਾ ਸੀ। ਇਹ ਮਾਰ ਘਾਟ ਕਰਦਾ ਕਾਲ ਰਾਏ ਉੱਧਰ ਚਲਾ ਗਿਆ, ਲੁੱਟ ਖਸੁੱਟ ਕਰਦਾ, ਜਿਸ ਕਰਕੇ ਸਨੌੜ ਦੇਸ਼ ਦਾ ਜਿਹੜਾ ਰਾਜਾ ਸੀ, ਉਹਦੀ ਜਿਹੜੀ ਘਰ ਲੜਕੀ ਹੈ, ਲੜਕੀ ਨੂੰ ਇਹਨੇ ਵਿਆਹ ਲਿਆ। ਉਹ ਆਪ ਵੀ ਉਹ ਮੰਨ ਗਿਆ ਸੀ ਅਧੀਨ ਹੋ ਕੇ। ਤਿਹ ਤੇ ਪੁੱਤਰ ਭਇਓ ਜੋ ਧਾਮਾ। ਉਸ ਕਾਲ ਰਾਏ ਦੇ ਘਰ ਜਿਹੜੀ ਰਾਜੇ ਦੀ ਲੜਕੀ ਵਿਆਹੀ,
ਉਹਦੇ ਘਰ ਜਿਹੜਾ ਪੁੱਤਰ ਹੋਇਆ ਪੈਦਾ, ਸੋਢੀ ਰਾਏ ਧਰਾ ਤਿਹ ਨਾਮਾ। ਉਸ ਦਾ ਨਾਮ ਸੋਢੀ ਰਾਏ ਰੱਖਿਆ। ਕਾਲ ਰਾਏ ਦੇ ਘਰ ਹੋਇਆ ਪੁੱਤਰ, ਉਹ ਰਾਜੇ ਦੀ ਪੁੱਤਰੀ ਦੇ ਘਰ, ਜਿਹਦਾ ਨਾਮ ਸੋਢੀ ਰਾਏ ਰੱਖਿਆ। ਬੰਸ ਸਨੋਡ ਤਾ ਦਿਨ ਤੇ ਥੀਆ। ਉਸੇ ਦਿਨ ਤੋਂ ਹੀ ਸਨੋਡ ਬੰਸ ਜਿਹੜਾ ਚੱਲ ਗਿਆ। ਸਨੋਡ ਕਹਿ ਲਓ, ਸੋਢ ਬੰਸ ਕਹਿ ਲਓ। ਸੋਢ ਬੰਸ ਉਸ ਦਿਨ ਤੋਂ ਫਿਰ ਜਿਹੜਾ ਚੱਲ ਪਿਆ, ਉਸ ਦਿਨ ਤੋਂ ਸਨੋਡ ਬੰਸ ਹੋ ਗਿਆ ਸੀ, ਸੋਢ ਬੰਸ ਹੋ ਗਿਆ। ਤਾਦੰਤ ਤਦਨ ਪਾਠ ਵੀ ਹੈ ਵੀ ਸਨੋਡ ਜਿਹੜਾ ਸੋਢ ਬੰਸ ਤਦਨ ਤੇ ਥੀਆ, ਉਸ ਸਮੇਂ ਤੋਂ ਹੋਇਆ ਜਦੋਂ ਸੋਢੀ ਰਾਏ ਪੈਦਾ ਹੋਇਆ ਹੈ। ਪਰਮ ਪਵਿੱਤਰ ਪੁਰਖ ਜੂ ਕੀਆ। ਜੋ ਅਕਾਲ ਪੁਰਖ ਵਾਹਿਗੁਰੂ ਨੇ ਪਰਮ ਪਵਿੱਤਰ ਸੋਢ ਬੰਸ ਕਰ ਦਿੱਤਾ ਵੀ ਪਰਮ ਪਵਿੱਤਰ ਪੁਰਖ ਜੂ ਕੀਆ। ਜੋ ਅਕਾਲ ਪੁਰਖ ਹੈ ਉਸਨੇ ਪਰਮ ਪਵਿੱਤਰ ਸੋਢ ਬੰਸ ਫਿਰ ਕੀਤਾ। ਕਿਉਂ ਕੀਤਾ? ਕਿਉਂਕਿ ਅੱਗੇ ਤੋਂ ਅੱਗੇ ਚੱਲਦੇ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਵਤਾਰ ਧਾਰਿਆ। ਗੁਰੂ ਰਾਮਦਾਸ ਮਹਾਰਾਜ ਜੀ ਪ੍ਰਗਟ ਹੋਏ। ਸੱਚੇ ਪਾਤਸ਼ਾਹ ਜੀ ਦੇ ਪ੍ਰਗਟ ਹੋਣੇ ਕਰਕੇ ਸੋਢ ਬੰਸ ਦੀ ਫਿਰ ਸ਼ੋਭਾ ਹੋਈ ਹੈ। ਸੋਢ ਬੰਸ ਉੱਥੋਂ ਚੱਲੀ ਹੈ, ਗੁਰੂ ਰਾਮਦਾਸ ਜੀ ਤੋਂ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਪਿੱਛੇ ਤੋਂ ਪਿੱਛੇ ਚੱਲਦੇ ਜਦੋਂ ਸੋਢੀ ਰਾਏ ਪ੍ਰਗਟ ਹੋਏ, ਪੈਦਾ ਹੋਏ ਹੈ ਕਾਲ ਰਾਏ ਦੇ ਘਰ, ਅਤੇ ਸੋਢੀ ਰਾਏ ਤੋਂ ਸੋਢ ਬੰਸ ਚੱਲੀ ਅਤੇ ਸੋਢ ਬੰਸ ਨੂੰ ਪਰਮ ਪਵਿੱਤਰ ਕਰ ਦਿੱਤਾ ਅਕਾਲ ਪੁਰਖ ਜੀ ਨੇ। ਗੁਰੂ ਰਾਮਦਾਸ ਮਹਾਰਾਜ ਜੀ ਵੱਲ ਇਸ਼ਾਰਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਤਾਤੇ ਪੁੱਤਰ ਪੌਤਰ ਹੋਏ ਆਏ। ਅਰਥ ਇਵੇਂ ਵੀ ਲੱਗ ਜਾਂਦਾ ਪ੍ਰਕਰਨ ਮੁਤਾਬਕ ਜਿਵੇਂ ਚੱਲਦਾ ਪਿੱਛੇ ਆ ਰਿਹਾ ਵੀ ਪਰਮ ਪਵਿੱਤਰ ਉਹ ਪੁਰਖ ਕੀਤਾ ਅਕਾਲ ਪੁਰਖ ਨੇ ਪੈਦਾ ਸੋਢੀ ਰਾਏ, ਜਿੱਥੋਂ ਵੇਖੋ ਸੋਢੀ ਬੰਸ ਚੱਲੀ ਹੈ। ਫਿਰ ਜਾ ਕੇ ਗੁਰੂ ਮਹਾਰਾਜ ਉਹ ਸੋਢ ਬੰਸ 'ਚ ਹੋਏ ਹੈ ਅਤੇ ਭਾਗ ਲੱਗੇ ਸੋਢ ਬੰਸ ਨੂੰ। ਇਸੇ ਕਰਕੇ ਹੀ ਤਾਂ ਤੇ ਪੁੱਤਰ ਪੌਤਰ ਹੋਏ ਆਏ। ਸੋਢੀ ਰਾਏ ਤੋਂ ਵੀ ਬਹੁਤ ਪੁੱਤ ਪੋਤਰੇ ਹੋ ਆਏ, ਪੈਦਾ ਹੋਏ। ਤੇ ਸੋਢੀ ਤੇ ਸੋਢੀ ਸਭ ਜਗਤ ਕਹਾਏ। ਉਹ ਜਿਹੜੇ ਪੁੱਤ ਪੋਤਰੇ ਅੱਗੇ ਹੋਏ ਉਹੀ ਉਹ ਸੋਢੀ ਬੰਸ ਵਾਲੇ ਜਗਤ ਵਿੱਚ ਕਹਾਏ ਉਹਨਾਂ ਨੂੰ ਵੀ ਇਹ ਸੋਢ ਬੰਸ ਵਿੱਚ ਪੈਦਾ ਹੋਏ ਹਨ। ਜਗ ਮੈਂ ਅਧਿਕ ਸੋ ਭਏ ਪ੍ਰਸਿੱਧਾ। ਜਿੰਨੇ ਵੀ ਸੋਢੀ ਬੰਸ ਵਿੱਚ ਫਿਰ ਪੈਦਾ ਹੋਏ ਉਸ ਸੰਸਾਰ ਵਿੱਚ ਬੜੇ ਪ੍ਰਸਿੱਧ ਪ੍ਰਗਟ ਹੋਏ ਹਨ। ਮਹਾਰਾਜ ਕਹਿ ਰਹੇ ਦਿਨ ਦਿਨ ਤਿਨ ਕੇ ਧਨ ਕੀ ਬ੍ਰਿਧਾ। ਐਵੇਂ ਉਹ ਅੱਗੇ ਤੋਂ ਅੱਗੇ ਤਰੱਕੀਆਂ ਕਰਦੇ ਗਏ, ਰਾਜ ਭਾਗ ਸੰਭਾਲਦੇ, ਵੈਰੀਆਂ ਨੂੰ ਮਾਰਦੇ, ਵੱਧਦੇ ਗਏ, ਜਿਸ ਕਰਕੇ ਦਿਨ ਦਿਨ ਵੱਧਦਿਆਂ ਉਹਨਾਂ ਦੇ ਧਨ ਦੀ ਜਿਹੜੀ ਹੈ ਨਾ ਬਹੁਤ ਬ੍ਰਿਧਾ, ਬੜਾ ਧਨ ਦਾ ਵਾਧਾ ਹੋਇਆ, ਧਨ ਬੜਾ ਵੱਧ ਗਿਆ ਉਹਨਾਂ ਕੋਲ। ਰਾਜ ਕਰਤ ਭਏ ਵਿਵਿਧ ਪ੍ਰਕਾਰਾ। ਵਿਵਿਧ ਪ੍ਰਕਾਰਾ ਐਵੇਂ ਅਨੇਕ ਤਰ੍ਹਾਂ ਨਾਲ ਰਾਜ ਕਰਨ ਲੱਗੇ ਉਹ ਸਾਰੇ ਸੋਢ ਬੰਸੀ। ਦੇਸ ਦੇਸ ਕੇ ਜੀਤ ਨਿਰਪਾਰਾ। ਜਿਹੜੇ ਰਾਜੇ ਸਨ ਉਹ ਦੇਸ਼ਾਂ ਦੇ ਜਿੱਤ ਕੇ ਰਾਜੇ ਤੇ ਬੜੇ ਉਹ ਰਾਜ ਭਾਗ ਬਹੁਤ ਤਰ੍ਹਾਂ ਦਾ ਕਰਨ ਲੱਗੇ ਆਪੋ ਆਪਣਾ। ਜਹਾਂ ਤਹਾਂ ਤਿਹ ਧਰਮ ਚਲਾਇਓ। ਹਰ ਥਾਈਂ ਸੋਢ ਬੰਸ ਸੋਢੀ ਰਾਏ ਦੀ ਬੰਸ ਨੇ ਧਰਮ ਦਾ ਹੀ ਜਿਹੜਾ ਪ੍ਰਚਾਰ ਚਲਾਇਆ। ਜਿੱਥੇ ਕਿਥੇ ਧਰਮ ਕਈ ਆਪਣਾ ਹੁਕਮ ਚਲਾਇਆ, ਧੱਕਾ ਨਹੀਂ ਸੀ ਕਿਸੇ ਨਾਲ ਕਰਦੇ ਅਤੇ ਧਰਮ ਦਾ ਹੀ ਨਿਆਂ ਕਰਦੇ ਸਨ। ਜਿੱਥੇ ਕਿਥੇ ਵੀ ਫਿਰ ਧਰਮ ਦਾ ਹੀ ਪ੍ਰਚਾਰ ਚਲਾਇਆ ਕੀਤਾ। ਅਤਰ ਪੱਤਰ ਕਹਿ ਸੀਸ ਟਰਾਇਓ। ਤੇ ਆਪਣੇ ਸਿਰ ਉੱਪਰ ਅਤਰ ਕਹੀਏ ਚੌਰ, ਪੱਤਰ ਕਹੀਏ ਛਤਰ, ਜਿਵੇਂ ਛਤਰ ਤੇ ਚੌਰ ਆਪਣੇ ਸੀਸ ਉੱਪਰ ਢੁਲਾਇਆ ਕਹੀਏ, ਫਰਵਾਇਆ ਕਰਾਇਆ ਸਭ ਕੋ। ਰਾਜ ਸੂਅ ਬਹੁ ਬਾਰਨ ਕੀਏ। ਦੇਸ਼ ਦੇਸ਼ਾਂਤਰਾਂ ਦੇ ਰਾਜਾਂ ਨੂੰ ਜਿੱਤ ਕੇ ਆਪਣੇ ਅਧੀਨ ਕਰਕੇ ਰਾਜ ਸੂਹ ਜੱਗ ਬਹੁਤ ਵਾਰ ਕੀਤੇ। ਇਹ ਰਾਜ ਸੂਹ ਜੱਗ ਚੱਕਰਵਰਤੀ ਪਾਤਸ਼ਾਹ ਕਰ ਸਕਦਾ, ਕੋਈ ਇੱਕ ਇਲਾਕੇ ਦਾ ਨਹੀਂ ਕਰ ਸਕਦਾ।
ਕਿਉਂਕਿ ਰਾਜਸੂ ਜੱਗ ਉਹਨੂੰ ਕਿਹਾ ਜਾਂਦਾ ਜਿੱਥੇ ਸਾਰੇ ਜਿਹੜੇ ਰਾਜੇ ਨਾ ਦੂਜੇ ਸਾਰੇ ਦੇਸ਼ਾਂ ਦੇ ਇਲਾਕਿਆਂ ਦੇ ਉਹ ਚੱਕਰਵਰਤੀ ਰਾਜ ਦੇ ਅਧੀਨ ਹੋ ਕੇ ਅਤੇ ਉੱਥੇ ਉਹ ਜਦੋਂ ਜੱਗ ਕਰੇ ਸਾਰੇ ਸੇਵਾ ਕਰਨ, ਆਪੋ ਆਪਣੀਆਂ ਡਿਊਟੀਆਂ ਨਿਭਾਉਣ। ਜੋ ਬਹੁਤ ਹੀ ਵੱਡਾ ਜੱਗ ਹੋਵੇ ਦੂਜੇ ਰਾਜੇ ਈਣ ਮੰਨ ਕੇ ਉੱਥੇ ਸੇਵਾ ਕਰਨ, ਵੀ ਤੁਹਾਡੀ ਈਣ ਮੰਨਦੇ ਹਾਂ, ਅਤੇ ਆਪਣੀਆਂ ਡਿਊਟੀਆਂ ਕਰਨ ਸਾਰੀਆਂ ਜਿੱਥੇ ਜਿੱਥੇ ਲੱਗੀ ਹੈ, ਉਹ ਰਾਜਸੂ ਜੱਗ ਹੁੰਦਾ ਹੈ। ਇਹ ਪਾਂਡਵਾਂ ਨੇ ਇਸੇ ਤਰ੍ਹਾਂ ਕੀਤਾ ਸੀ। ਅਤੇ ਰਾਜਸੂ ਜੱਗ ਇਹਨਾਂ ਨੇ ਵੀ ਬਹੁਤ ਕੀਤੇ। ਜੀਤ ਜੀਤ ਦੇਸੇਸ਼ਵਰ ਲੀਏ, ਜਿੱਤ ਜਿੱਤ ਕੇ ਦੇਸ਼ਾਂ ਦੇ ਈਸ਼ਰ ਰਾਜਿਆਂ ਨੂੰ ਬਹੁਤ ਦੇਸ਼ਾਂ ਦੇ ਰਾਜੇ ਜਿੱਤ ਲਏ। ਜਿੱਤ ਜਿੱਤ ਕੇ ਰਾਜਸੂ ਜੱਗ ਬੜੇ ਕੀਤੇ ਨਾ। ਬਾਜ ਮੇਦ ਬਹੁ ਬਾਰਨ ਕਰੇ। ਫਿਰ ਬਾਜ ਜਿਹੜਾ ਕਹਿੰਦਾ ਘੋੜੇ ਨੂੰ, ਘੋੜੇ ਦਾ ਜਿਹੜੀ ਚਰਬੀ ਮੈਦਾ ਜਾਂ ਕੱਢ ਕੇ ਜਿਸ ਜੱਗ 'ਚ ਪਾਇਆ ਜਾਏ ਉਹਨੂੰ ਕਹਿੰਦੇ ਅਸਵਮੇਧ ਜੱਗ। ਅਸਵਮੇਧ ਜੱਗ ਵੀ ਬਹੁਤ ਇਹਨਾਂ ਨੇ ਕੀਤੇ। ਜਿਵੇਂ ਪਰਸਰਾਮ ਕਹਿੰਦਾ ਸੀ ਵੀ ਮੈਂ ਰਾਜਮੇਧ ਜੱਗ ਕਰਾਂਗਾ। ਬਾਜਮੇਧ ਤੇ ਉਹ ਨਾ ਵੀ ਜਿਹ 'ਚ ਘੋੜੇ ਦੇ ਟੋਟੇ ਟੋਟੇ ਕਰਕੇ ਤੇ ਉਹ ਮੇਜ ਦੀ ਚਰਬੀ ਪਾਉਣੀ ਹੈ ਹਵਨ ਕੁੰਡ ਵਿੱਚ। ਰਾਜਮੇਧ ਜੱਗ ਵੀ ਰਾਜਿਆਂ ਦੇ ਸਿਰ ਵੱਢਾਂਗਾ ਮੈਂ, ਪਰਸਰਾਮ ਇਹ ਜੱਗ ਕਹਿੰਦਾ ਸੀ। ਅਤੇ ਬਾਜਮੇਧ ਜੱਗ ਅਸਵਮੇਧ ਜੱਗ ਉਹ ਹੁੰਦਾ ਵੇਦਾਂ ਵਿੱਚ ਉਹਦੀ ਵਿਧੀ ਵਿਧਾਨ ਲਿਖਿਆ ਹੋਇਆ ਕਿ ਜਦੋਂ ਜੱਗ ਕੀਤਾ ਜਾਂਦਾ ਘੋੜੇ ਦੇ ਟੋਟੇ ਟੋਟੇ ਕਰਕੇ ਹਵਨ ਕੁੰਡ 'ਚ ਪਾਏ ਜਾਂਦੇ ਆ ਸਾਰੇ ਜੀ। ਫਿਰ ਸਾਰੇ ਨੂੰ ਵੱਢ ਕੇ ਪਾ ਕੇ ਉਹਦੀਆਂ ਅੰਤੜੀਆਂ ਅਤੇ ਜਿਹੜੇ ਬ੍ਰਾਹਮਣ ਲੋਕ ਮੰਤਰ ਪੜ੍ਹਨ ਵਾਲੇ ਹੈ ਉਹ ਮੰਤਰ ਪੜ੍ਹਦੇ ਹੈ, ਵੇਦ ਮੰਤਰ ਪੜ੍ਹਦੇ ਜਾਂਦੇ। ਇਹ ਕਈ ਦਿਨ ਚੱਲਦਾ ਜੱਗ। ਪੜ੍ਹ ਕੇ ਜਿਹੜਾ ਘੋੜਾ ਟੋਟੇ ਟੋਟੇ ਕਰਕੇ ਪਾਇਆ, ਜਿੰਨਾ ਚਿਰ ਉਹ ਸੁਰਜੀਤ ਨਹੀਂ ਹੁੰਦਾ ਉਹਨਾਂ ਚਿਰ ਇਹ ਜੱਗ ਸੰਪੂਰਨ ਨਹੀਂ ਹੁੰਦਾ। ਮੰਤਰ ਪੜ੍ਹ ਕੇ ਜਿਹੜਾ ਘੋੜਾ ਵੱਢਿਆ ਨੂੰ ਫਿਰ ਸਾਬਤ ਸੁਰਜੀਤ ਕਰਨਾ ਹੁੰਦਾ ਅਤੇ ਉਹ ਫਿਰ ਸੁਰਜੀਤ ਕਰਦੇ। ਜਦੋਂ ਘੋੜਾ ਜਿਉਂਦਾ ਹੋ ਜੇ ਫਿਰ ਉਹ ਘੋੜੇ ਦਾ ਉਹਨੂੰ ਬੜਾ ਪਵਿੱਤਰ ਮੰਨਦੇ ਹੈ ਅਤੇ ਉਸ ਨੂੰ ਰਾਜਾ ਜਿਹੜਾ ਹੁੰਦਾ ਜਿਹਨੇ ਜੱਗ ਕਰਾਇਆ ਕੁਝ ਹਿੱਸਾ ਘੋੜੇ ਨੂੰ ਉਹਨੂੰ ਦਿੰਦੇ, ਘੋੜੇ ਦਾ ਰਾਜੇ ਨੂੰ ਛਕਣ ਨੂੰ ਮਾਸ। ਕੁਝ ਫਿਰ ਬ੍ਰਾਹਮਣ ਆਪ ਖਾਂਦੇ ਜਿਨ੍ਹਾਂ ਨੇ ਸੇਵਾ ਸਾਰੀ ਸੰਭਾਲੀ ਹੁੰਦੀ ਹੈ। ਐਲਕਾਰ ਨੌਕਰਾਂ ਨੂੰ ਵੱਖੋ ਵੱਖਰੇ ਘੋੜੇ ਦੇ ਜਿਹੜੇ ਅੰਗ ਛਕਣ ਨੂੰ ਦਿੱਤੇ ਜਾਂਦੇ ਆ। ਬੜਾ ਪਵਿੱਤਰ ਮੰਨਿਆ ਜਾਂਦਾ ਕਿ ਹਵਨ ਕੁੰਡ 'ਚੋਂ ਸੁਰਜੀਤ ਹੋ ਕੇ ਆਇਆ ਦੇਵਤਿਆਂ ਦੇ ਮੂੰਹ ਵਿੱਚੋਂ ਬਾਹਰ। ਇਵੇਂ ਅਸਵਮੇਧ ਜੱਗ ਵੀ ਇਹਨਾਂ ਬਹੁਤ ਕੀਤੇ। ਗੁਰੂ ਮਹਾਰਾਜ ਜੀ ਦੇ ਮਹਾਨ ਸਿੱਖ ਭਾਈ ਗੁਰਦਾਸ ਜੀ ਲਿਖਦੇ ਹੈ ਅਸਵਮੇਧ ਜੱਗ ਕਰਨਾ ਅੱਜ ਕੱਲ੍ਹ ਸਾਡੇ ਵੱਸ ਦੀ ਗੱਲ ਨਹੀਂ ਨਾ ਹੋ ਸਕਦਾ, ਪਰ ਭਾਈ ਗੁਰਦਾਸ ਜੀ ਲਿਖਦੇ ਆ ਕਿ ਸਿੱਖ ਕੋ ਪਲਾਏ ਪਾਣੀ ਭਾਉ ਕਰ ਕੁਰਖੇਤ, ਅਸਵਮੇਧ ਜੱਗ ਸਿੱਖ ਕੋ ਜਿਵਾਏਗਾ। ਇੱਕ ਸਿੱਖ ਨੂੰ ਤੁਸੀਂ ਬੜੀ ਸ਼ਰਧਾ ਭਾਵਨਾ ਨਾਲ ਭੋਜਨ ਪ੍ਰਸ਼ਾਦਾ ਛਕਾ ਦਿਓ ਅਤੇ ਅਸਵਮੇਧ ਜੱਗ ਦਾ ਫਲ ਮਿਲ ਜਾਂਦਾ। ਉੱਧਰ ਤਾਂ ਪਤਾ ਹੀ ਕੋਈ ਨਹੀਂ ਵੀ ਕਿੰਨੇ ਪੈਸਾ ਧੇਲਾ ਚਾਹੀਦਾ, ਫਿਰ ਚੱਕਰਵਰਤੀ ਪਾਤਸ਼ਾਹ ਹੋਣਾ ਚਾਹੀਦਾ, ਫਿਰ ਇਹ ਜੱਗ ਪੂਰੇ ਹੁੰਦੇ। 101 ਜੱਗ ਕਰ ਦਈਏ ਅਤੇ ਇੰਦਰਪੁਰੀ ਦਾ ਰਾਜਾ ਬਣ ਜਾਈਦਾ ਹੈ। ਇੰਦਰ ਦੇਵਤੇ ਦੀ ਪਦਵੀ ਮਿਲਦੀ, ਸਵਰਗਪੁਰੀ ਦਾ ਰਾਜਾ ਬਣੀਦਾ। ਅਤੇ ਗੁਰੂ ਮਹਾਰਾਜ ਵੇਖੋ ਵਡਿਆਈ ਵੀ ਭਾਈ ਗੁਰਦਾਸ ਜੀ ਲਿਖਦੇ ਗੱਲ ਵੀ ਇੱਕ ਸਿੱਖ ਨੂੰ ਭੋਜਨ ਸ਼ਰਧਾ ਭਾਵਨਾ ਨਾਲ ਛਕਾ ਦਿਓ ਅਤੇ ਅਸਵਮੇਧ ਜੱਗ ਦਾ ਫਲ ਹੋਊ। ਇੰਨਾ ਨਾ ਵੱਡਾ ਸਿੱਖ ਦੀ ਸੇਵਾ ਦਾ ਫਲ ਗੁਰੂ ਘਰ ਵਿੱਚ ਲਿਖਿਆ ਹੋਇਆ ਹੈ। ਅਤੇ ਮਹਾਰਾਜ ਕਹਿ ਰਹੇ ਹੈ ਵੀ ਖਾਲਸਾ ਜੀ ਬਾਜ ਮੇਦ ਬਹੁ ਬਾਰਨ ਕਰੇ। ਬਾਰਨ ਕਹੀਏ ਵਾਰੀ, ਘੋੜੇ ਦਾ ਮੈਦਾ ਕੱਢ ਕੇ ਜਿਹੜਾ ਹਵਨ ਕੁੰਡ 'ਚ ਪਾਇਆ ਜਾਂਦਾ, ਟੋਟੇ ਟੋਟੇ ਕਰਕੇ ਸੁਰਜੀਤ ਕਰਕੇ ਫਿਰ ਵੰਡਿਆ ਜਾਂਦਾ ਜਿਹਨੇ ਜੱਗ ਕਰਾਇਆ ਹੋਵੇ। ਉਹ ਜੱਗ ਵੀ ਇਹਨਾਂ ਬਹੁਤ ਵਾਰ ਕੀਤੇ ਸੋਢ ਬੰਸੀਆਂ ਨੇ। ਸਕਲ ਕਲੂਖ ਨਿਜ ਕੁਲ ਕੇ ਹਰੇ। ਸਾਰੇ ਜਿਹੜੇ ਕੁਲ ਆਪਣੀ ਦੇ ਕਲਖ ਪਾਪ ਸਨ, ਕੋਈ ਦਾਗ ਸਨ, ਉਹ ਨਾਸ ਕਰ ਲਏ। ਜੱਗ ਕਰ ਕਰਕੇ ਪਾਪ ਨਾਸ ਕਰ ਲਏ ਅਤੇ ਪੁੰਨੀ ਹੋ ਗਏ ਸਾਰੇ ਹੀ। ਬਹੁਰ ਹੰਸ ਮੈਂ
ਬਹੁਰ ਬੰਸ ਮੈਂ ਵੱਡੋ ਬਿਖਾਦਾ। ਬੜੋ ਬਿਖਾਦਾ ਪੜਨਾ ਡੱਡਾ ਨਹੀਂ, ਬਹੁਰ ਬੰਸ ਮੈਂ ਬੜੋ ਬਿਖਾਦਾ। ਫਿਰ ਰੱਬ ਦੀ ਐਸੀ ਦੇਵਨੈਤ ਹੋ ਗਈ ਵਾਹਿਗੁਰੂ ਦੀ, ਕਹਿੰਦੇ ਇਹ ਜਦੋਂ ਵੰਸ਼ ਇੰਨੀ ਵੱਧ ਗਿਆ ਅਤੇ ਵੰਸ਼ ਵਿੱਚ ਫਿਰ ਬੜਾ ਵਿਖਾਦ ਵੱਧ ਗਿਆ, ਝਗੜਾ ਵੱਧ ਗਿਆ। ਜਿਹੜਾ ਉਹ ਕਾਲਕੇਤ ਨੇ ਕੱਢਿਆ ਸੀ ਨਾ ਇੱਥੋਂ ਪੰਜਾਬ ਤੋਂ ਕਾਲ ਰਾਏ ਨੂੰ, ਉਹ ਮਨ 'ਚ ਉਹ ਗੱਲ ਜਿਹੜੀ ਬਣੀ ਪਈ ਸੀ। ਹੁਣ ਸਨੌਡ ਬੰਸ ਦਾ ਜਿਹੜਾ ਰਾਜਾ ਬਣਿਆ, ਸੋਢ ਬੰਸ ਵਿੱਚ ਸੋਢੀ ਰਾਏ ਤੋਂ ਬਾਅਦ ਉਹਨੇ ਹਥਿਆਰ ਚੱਕ ਲਏ ਵੀ ਬਦਲਾ ਲੈਣਾ ਆਪਣਾ ਕਾਲ ਰਾਏ ਦੀ ਬੰਸ ਤੋਂ ਪੁਰਾਣਾ। ਜਿਸ ਕਰਕੇ ਇਹ ਬੰਸ ਵਿੱਚ ਸੋਢ ਬੰਸ ਵਿੱਚ ਅਤੇ ਕਾਲ ਰਾਏ ਅਤੇ ਕਾਲਕੇ ਦੀ ਬੰਸ ਵਿੱਚ ਬੜਾ ਵਿਖਾਦ ਵੱਧ ਗਿਆ, ਝਗੜਾ ਵੱਧ ਗਿਆ। ਮੇਟ ਨਾ ਸਕਾ ਕੋ ਤਿਹ ਸਾਦਾ। ਸਾਦਾ ਕੋਈ ਸਾਧੂ ਮਹਾਤਮਾ ਸਿਆਣਾ ਪੁਰਸ਼ ਉਹਨਾਂ ਦੇ ਇਸ ਝਗੜੇ ਨੂੰ ਮੇਟ ਨਾ ਸਕਿਆ, ਖਤਮ ਨਾ ਕਰ ਸਕਿਆ। ਵਿਚਰੈ ਵੀਰ ਬਨੈਤ ਅਖੰਡਲ। ਜਿਸ ਕਰਕੇ ਸੂਰਬੀਰ ਸੋਢ ਬੰਸ ਦੇ ਵੀ ਬਨੈਤ ਕਹੀਏ ਬਣ ਠਣ ਕੇ, ਅਖੰਡਲ ਇੰਦਰ ਸ਼ਰੀਖੇ, ਜਿਵੇਂ ਇੰਦਰ ਵਜਰ ਸ਼ਸਤਰ ਲੈ ਕੇ ਆਪਣਾ 7 ਧਾਤੂਆਂ ਵਾਲਾ ਅਤੇ ਬਣ ਠਣ ਜਾਂਦਾ ਨਾ ਜੰਗ ਕਰ ਲਈ, ਇਵੇਂ ਬਣ ਠਣ ਕੇ ਬਨੈਤ ਬੜੇ ਬਾਂਕੇ ਜਵਾਨ ਛਬੀਲੇ, ਇੱਕ ਰਸ ਜਿਹੜੇ ਨਾ ਕੱਟੇ ਜਾਣ ਵਾਲੇ, ਜੰਗ ਕਰਨ ਲਈ ਸੂਰਬੀਰ ਫਿਰ ਵਿਚਰੇ ਫਿਰਨ ਲੱਗ ਪਏ, ਜੰਗ ਕਰਨ ਨੂੰ ਤਿਆਰ ਹੋ ਗਏ। ਗਹ ਗਹ ਚੱਲੇ ਫਿਰੇ ਰਣ ਮੰਡਲ। ਆਪੋ ਆਪਣੇ ਸ਼ਸਤਰ ਫੜ ਫੜ ਕੇ ਜੰਗ ਕਰ ਲਈ, ਰਣ ਮੰਡਲ ਜੰਗ ਦੇ ਮੈਦਾਨ ਵਿੱਚ ਚੱਲ ਪਏ। ਧਨ ਅਰ ਭੂਪ ਪੁਰਾਤਨ ਬੈਰਾ। ਗੁਰੂ ਮਹਾਰਾਜ ਕਹਿ ਰਹੇ ਹੈ ਵੀ ਖਾਲਸਾ ਜੀ ਜਿਹੜਾ ਧਨ ਹੈ ਨਾ ਪੈਸਾ ਅਤੇ ਭੂਮ ਧਰਤੀ, ਇਹ ਤਾਂ ਮੁੱਢ ਤੋਂ ਹੀ ਵੈਰ ਦਾ ਕਾਰਨ ਹੈ। ਜਰ ਜੋਰੂ ਜ਼ਮੀਨ, ਦੁਨੀਆ ਦੇ ਜੇ ਲੜਾਈਆਂ ਦੇ 3 ਚੀਜ਼ਾਂ ਤੋਂ ਹੀ, ਹੋਰ ਕੋਈ ਲੜਾਈ ਨਹੀਂ। ਜਰ ਜੋਰੂ ਜ਼ਮੀਨ। ਜਰ ਮਾਇਆ, ਪੈਸੇ ਤੋਂ ਲੜਾਈ, ਘਰਾਂ ਘਰਾਂ 'ਚ ਲੜਾਈ ਕਾਹਦੀ ਹੈ? ਪੈਸੇ ਤੋਂ। ਜੋਰੂ ਔਰਤ ਤੋਂ, ਇਸਤਰੀ ਤੋਂ। ਇਸਤਰੀ ਤੋਂ ਲੜਾਈਆਂ ਬਹੁਤ ਜ਼ਿਆਦੀਆਂ, ਅਤੇ ਜ਼ਮੀਨ ਤੋਂ। ਇਹ ਸਾਡੀ ਜ਼ਮੀਨ ਹੈ। ਵੰਡ ਵਿਹਾਰ 'ਚ ਭਰਾਵਾਂ ਦੀ, ਮਾਂ ਪਿਓ ਦੀ, ਧੀਆਂ ਪੁੱਤਾਂ ਦੀ ਲੜਾਈ ਵੰਡ ਵਿਹਾਰ ਤੋਂ ਹੀ ਹੋ ਜਾਂਦੀ। ਗੁਰੂ ਸਾਹਿਬ ਕਹਿੰਦੇ ਆ ਧਰਤੀ 'ਤੇ ਧਨ ਅਰ ਭੂਮ ਪੁਰਾਤਨ ਬਹਿਰਾ। ਖਾਲਸਾ ਜੀ ਜਿਹੜਾ ਧਨ ਹੈ ਪੈਸਾ, ਇਸੇ ਤਰ੍ਹਾਂ ਜ਼ਮੀਨ ਹੈ, ਇਹਦਾ ਤਾਂ ਮੁੱਢ ਤੋਂ ਹੀ ਵੈਰ ਲੋਕਾਂ ਦਾ ਵੱਜਾ ਆ ਰਿਹਾ। ਇਹਦੇ ਵੈਰ ਦੇ ਕਾਰਨ ਹਨ ਧਰਤੀ ਅਤੇ ਪੈਸਾ। ਜਿਨ ਕਾ ਮੂਆ ਕਰਤ ਜਗ ਘੇਰਾ। ਜਿਸ 'ਤੇ ਕਬਜ਼ਾ ਕਰ ਲਈ ਸਾਰਾ ਸੰਸਾਰ ਹੀ ਮਰਦਾ ਰਹਿੰਦਾ ਹੈ। ਪੈਸੇ ਨੂੰ ਹੜੱਪਣ ਵਾਸਤੇ ਲੋਕ ਸੰਸਾਰ ਮਰਦਾ ਹੈ, ਇਸੇ ਤਰ੍ਹਾਂ ਦੂਜਿਆਂ ਦੀ ਜ਼ਮੀਨ ਹੜੱਪਣ ਨੂੰ ਸੰਸਾਰ ਮਰਦਾ ਰਹਿੰਦਾ ਹੈ। ਕਿੰਨੇ ਲੜਾਈਆਂ ਝਗੜੇ ਹੁੰਦੇ ਇਸੇ ਗੱਲ ਕਰਕੇ ਹੀ। ਜੋ ਕੁਝ ਹੁਣ ਵੀ ਸਰਕਾਰ ਦਾ ਹੋ ਰਿਹਾ ਹੈ, ਮੁੱਦਾ ਚੱਲਿਆ ਹੋਇਆ, ਉਹ ਕੀ ਹੈ? ਕਾਹਨੂੰ ਮਰ ਰਹੇ ਹੈ? ਜ਼ਮੀਨ ਨੂੰ ਹੜੱਪਣ ਵਾਸਤੇ। ਜ਼ਮੀਨ ਨੂੰ ਹੜੱਪਣਗੇ ਤਾਂ ਧਨ ਆਪੇ ਆਊ। ਕਿੰਨੇ ਇਲਾਕੇ ਆ, ਉੜੀਸਾ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਇਸੇ ਤਰ੍ਹਾਂ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਸਾਊਥ ਏਰੀਆ, ਸਾਰੇ ਤਕਰੀਬਨ ਦੱਖਣ ਏਰੀਆ, ਉੱਥੇ ਕੁਝ ਨਹੀਂ ਹੁੰਦਾ। ਆਂਧਰਾ ਪ੍ਰਦੇਸ਼ ਥੋੜ੍ਹਾ ਬਹੁਤਾ ਝੋਨਾ ਹੁੰਦਾ। ਉਹ ਇੰਨੇ ਥਾਂ ਛੱਡ ਕੇ ਅਤੇ ਕਿੱਧਰ ਪੰਜਾਬ ਆ ਕੇ ਉਹਨਾਂ ਨੇ ਇਹ ਖਿਲਾਰਾ ਪਾਇਆ ਇਸ ਗੱਲ ਦਾ ਵੀ ਇਹ ਜ਼ਮੀਨ ਹੜੱਪ ਲਈ। ਦੂਜਿਆਂ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਨੂੰ ਕਮਜ਼ੋਰ ਕਰ ਦਈਏ, ਇਹ ਰਹਿ ਜਾਣ ਬੁੱਤੀਆਂ ਜੋਗੇ ਹੀ, ਅਤੇ ਜਿਹੜੀ ਜ਼ਮੀਨ ਉਹ ਹੜੱਪ ਲਈਏ, ਇੱਥੇ ਲਾ ਦਈਏ ਪਲਾਂਟ ਅਤੇ ਫਿਰ ਪੈਸਾ ਆਊਗਾ। ਹਰ ਇੱਕ ਚੀਜ਼ ਜਦੋਂ ਆਪਾਂ ਮੁੱਲ ਦੀ ਖਾਧੀ, ਜਿਹੜੀ ਹੁਣ ਸਾਡੇ ਕੋਲ ਖੁੱਲ੍ਹੀਆਂ ਚੀਜ਼ਾਂ ਡਰਮ ਭਰੇ ਪਏ, ਉਹ ਫਿਰ ਪੈਕਟਾਂ ਵਿੱਚ ਆਉਣਾ ਮੁੱਲ ਖਰੀਦ ਕੇ। ਇਹ ਸਾਰਾ ਜਿਹੜਾ ਕਾਰਨ ਕੀ ਹੈ? ਧਨ ਅਤੇ ਜ਼ਮੀਨ। ਹੁਣ ਜ਼ਮੀਨ ਕਿਸਾਨਾਂ ਕੋਲ, ਸਿੱਖ ਭਾਈਚਾਰੇ ਕੋਲ, ਅਤੇ ਜ਼ਮੀਨ ਕਰਕੇ ਧਨ ਹੈ।
ਜ਼ਮੀਨ ਕਰਕੇ ਅਨਾਜ ਹੈ, ਅਤੇ ਇਸੇ 'ਤੇ ਉਹ ਕਬਜ਼ਾ ਕਰਨ 'ਤੇ ਤੁਲੇ ਹੋਏ ਹੈ। ਜ਼ਮੀਨ ਕਬਜ਼ੇ 'ਚ ਹੋ ਗਈ ਅਤੇ ਧਨ ਆਪਣੇ ਆਪ ਹੀ ਕਬਜ਼ੇ 'ਚ ਹੋ ਗਿਆ, ਵਾਧੂ ਹੋ ਜਾਣਾ। ਗੁਰੂ ਮਹਾਰਾਜ ਕਹਿੰਦੇ ਵੀ ਧਰਤੀ 'ਤੇ ਜਿਹੜਾ ਧਨ ਇਹਦੇ ਮੁੱਢ ਦਾ ਵੈਰ ਹੈ, ਇਹਦੇ ਧਰਤੀ ਦੇ ਜਿਹੜੀ ਪੈਸਾ ਨਾ ਇਹਦੇ ਵੈਰ ਦਾ ਕਾਰਨ ਮੁੱਢ ਤੋਂ ਹੀ, ਅੱਜ ਤੋਂ ਨਹੀਂ, ਨਵਾਂ ਨਹੀਂ ਹੈ। ਜਿਸ 'ਤੇ ਕਬਜ਼ਾ ਕਰਨ ਲਈ ਸਾਰਾ ਸੰਸਾਰ ਹੀ ਮੂਆ ਮਰਦਾ ਰਹਿੰਦਾ ਹੈ, ਹਰ ਕੋਈ ਹੜੱਪਣ ਨੂੰ ਫਿਰਦਾ ਹੈ। ਦੋਨੋਂ ਚੀਜ਼ਾਂ ਮੋਹ ਬਾਧ ਅਹੰਕਾਰ ਪਸਾਰਾ। ਤੇ ਇਹ ਸਾਰਾ ਝਗੜਾ ਕਾਹਦਾ ਹੈ? ਮੋਹ ਤੇ ਹੰਕਾਰ ਨੇ ਫੈਲਾਇਆ ਹੈ, ਮੋਹ ਤੇ ਹੰਕਾਰ ਨੇ। ਇਹ ਗੱਲ ਬਿਲਕੁਲ 16 ਨੇ ਸੱਚ ਹੈ। ਮਹਾਰਾਜ ਕਹਿੰਦੇ ਮਨਮੁਖ ਮਾਇਆ ਮੋਹ ਪਿਆਰ ਹੈ, ਨਾਮ ਨਾ ਲੱਗੋ ਪਿਆਰ। ਮਨਮੁਖ ਦਾ ਮਾਇਆ ਨਾਲ ਹੀ ਪਿਆਰ ਹੈ। ਜਦੋਂ ਪਿਆਰ ਇੱਕੇ ਪਾਸੇ ਹੋਊਗਾ ਨਾ, ਦੋ ਪਾਸੇ ਥੋੜ੍ਹੀ। ਭਾਵੇਂ ਲੋਕ ਕਹਿੰਦੇ ਹੈ ਫਲਾਣੇ ਨੂੰ ਮੇਰਾ ਤੇਰੇ ਨਾਲ ਬੜਾ ਪਿਆਰ ਹੈ, ਤੇਰੇ ਨਾਲ ਹੀ ਬੜਾ ਹੈ, ਤੇਰੇ ਨਾਲ ਵੀ ਹੈ। ਨਹੀਂ, ਕੋਈ ਖਾਸ ਇੱਕ ਹੀ ਹੁੰਦਾ ਹੈ, ਸਾਰੇ ਨਹੀਂ ਹੁੰਦੇ। ਲਗਾਵ ਇੱਕ ਨਹੀਂ ਹੁੰਦਾ। ਇਹ ਸਾਰਾ ਜਿੰਨਾ ਵੀ ਝਗੜਾ ਹੈ, ਗੁਰੂ ਮਹਾਰਾਜ ਕਹਿੰਦੇ ਮੋਹ ਤੇ ਹੰਕਾਰ ਦਾ ਹੀ ਪਸਾਰਾ ਹੈ। ਹਰ ਇੱਕ ਨੂੰ ਇਹ ਹੈ ਦੂਜੇ ਦੇ ਮੂੰਹ 'ਚ ਖੋਹ ਕੇ ਮੈਂ ਆਪਣੇ ਦੇ ਮੂੰਹ 'ਚ ਪਾ ਦਾਂ। ਉਹ ਮੋਹ ਹੀ ਹੈ ਨਾ, ਵੀ ਮੇਰੇ ਜਿਉਂਦੇ ਰਹਿਣ, ਦੂਜੇ ਭਾਵੇਂ ਰਹਿਣ ਨਾ ਰਹਿਣ। ਅਤੇ ਉਹ ਮੋਹ ਕਰਕੇ, ਅਤੇ ਇੱਕ ਦੇ ਮੋਹ ਕਰਕੇ ਇੱਕ ਕੋ ਖੋਹਣਾ, ਦੂਜਾ ਹੰਕਾਰ ਕਰਕੇ ਖੋਹਣਾ, ਹੜੱਪਣਾ। ਵੀ ਆਹ ਹੰਕਾਰ ਫਲਾਣੇ ਨੇ ਜੇ 2 ਮੰਜ਼ਲੀ ਘਰ ਪਾਇਆ ਅਤੇ 3 ਮੰਜ਼ਲੀ ਪਾ ਕੇ ਵਿਖਾਵਾਂਗੇ। ਹੰਕਾਰ ਹੀ ਹੈ ਨਾ, ਹੰਕਾਰ ਕਰਕੇ ਹੀ ਹੈ ਨਾ ਝਗੜਾ। ਫਿਰ ਉਹ ਬੰਦਾ ਇਸੇ ਕੰਮ ਨੂੰ ਵੱਧਦਾ ਹੈ। ਪਾਪਾਂ ਬਾਝੋਂ ਹੋਵੇ ਨਾਹੀਂ, ਮਾਇਆ ਪਾਪਾਂ ਬਾਝੋਂ ਗੁਰੂ ਮਹਾਰਾਜ ਕਹਿੰਦੇ ਇਕੱਠੀ ਹੁੰਦੀ ਨਹੀਂ। ਫਿਰ ਕਦੀ ਕਿਤੇ ਕੁਝ ਘਰ ਛੱਡ ਕੇ ਕਮਾਉਣ ਚੱਲ ਜਾਂਦੇ ਹੈ, ਕੁਝ ਫਿਰ ਆਪਣੇ ਪੁੱਠੇ ਕੰਮ ਨਸ਼ੇ ਨੁਸ਼ੇ ਵੇਚ ਕੇ ਕਰਨੇ ਸ਼ੁਰੂ ਕਰ ਦਿੰਦੇ ਹੈ। ਜਿਹੜੇ ਕੋਈ ਕੁਆਰੇ ਮੁੰਡੇ ਇਹੋ ਜਿਹੇ ਕੰਮ ਕਰਦੇ, ਉਹਨਾਂ ਦਾ ਸਿਰਫ ਉਹਨਾਂ ਦਾ ਮੋਹ ਦੇ ਕੋਈ ਨਹੀਂ ਆ, ਹੰਕਾਰ ਦਾ ਹੀ ਪਸਾਰਾ ਹੈ। ਵੀ ਚੰਗਾ ਮੇਰੇ ਕੋਲ ਪਿਸਤੌਲ ਹੋਵੇ, ਚੰਗੀ ਮੇਰੀ ਡੈਸ਼ ਹੋਵੇ, ਮੈਂ ਲੋਕਾਂ ਵਿੱਚ ਮੇਰਾ ਨਾਮ ਹੋਵੇ, ਮੈਨੂੰ ਪਤਾ ਲੱਗੇ ਵੀ ਇਹ ਫਲਾਣਾ ਹੈ। ਨਸ਼ਾ ਆਪ ਕਰਨਾ, ਨਸ਼ਾ ਵੇਚਣਾ, ਹੰਕਾਰ ਨੂੰ ਪੱਠੇ ਪਾਉਣ ਵਾਸਤੇ, ਅਤੇ ਉਹ ਕਈਆਂ ਦੀ ਜ਼ਿੰਦਗੀ ਨਾਲ ਬਰਬਾਦ ਕਰ ਦਿੰਦੇ ਆ, ਅਜੇ ਆਪਣੀ ਵੀ ਨਾਲ ਕੀਤੀ ਹੁੰਦੀ। ਉਹ ਕਾਰਨ ਸਾਰਾ ਹੰਕਾਰ ਦਾ। ਫਲਾਣੇ ਇਲਾਕੇ 'ਚ ਏਡਾ ਬਦਮਾਸ਼, ਉਹ ਤੋਂ 4 ਗੁਣਾ ਵੱਧ ਬਦਮਾਸ਼ ਮੈਂ ਬਣਨਾ। ਹੰਕਾਰ ਸਾਰਾ। ਸਤਿਗੁਰੂ ਜੀ ਕਹਿ ਰਹੇ ਮੋਹ ਬਾਧ ਅਹੰਕਾਰ ਪਸਾਰਾ। ਇਹ ਜਿੰਨਾ ਵੀ ਝਗੜਾ ਸਾਰਾ ਇੱਕ ਤਾਂ ਮੋਹ ਕਰਕੇ, ਹਰ ਕੋਈ ਚਾਹੁੰਦਾ ਕਿ ਮੇਰੇ ਸੌਖੇ ਰਹਿਣ। ਇੱਕ ਹੰਕਾਰ ਕਰਕੇ ਵੀ ਦੂਜੇ ਨੂੰ ਮੈਂ ਦੱਬਣਾ ਕਿਸੇ ਨਾ ਕਿਸੇ ਤਰ੍ਹਾਂ। ਇਹ ਮੋਹ ਤੇ ਹੰਕਾਰ ਦਾ ਹੀ ਫਸਾਰਾ ਹੈ। ਕਾਮ ਕ੍ਰੋਧ ਜੀਤਾ ਜਗ ਸਾਰਾ। ਨਾਲ ਹੀ ਕਾਮ ਹੈ, ਕ੍ਰੋਧ ਹੈ, ਇਹਨੇ ਸਾਰੇ ਜਗਤ ਨੂੰ ਜਿੱਤ ਲਿਆ। ਜੇ ਸੰਸਾਰ ਨਹੀਂ ਜਿੱਤ ਸਕਿਆ ਇਹਨਾਂ ਨੂੰ, ਪਰ ਇਹਨਾਂ ਨੇ ਸਭ ਨੂੰ ਜਿੱਤ ਲਿਆ ਹੈ। ਕਾਮ ਦੀ ਗੱਲ ਸਮਝ ਲਓ ਵੀ ਜੋਰੂ ਇਸਤਰੀ ਕਰਕੇ, ਇਸਤਰੀ ਨੇ ਜਿੱਤ ਲਿਆ ਹੈ। ਕ੍ਰੋਧ ਨੇ ਜਿੱਤ ਲਿਆ ਹੈ। ਜਦੋਂ ਕ੍ਰੋਧ ਆਉਂਦਾ, ਬੁੱਲ੍ਹ ਫੜਕਦੇ, ਅੱਖਾਂ ਲਾਲ ਹੋ ਜਾਂਦੀਆਂ, ਸਰੀਰ ਕੰਬਦਾ, ਫਿਰ ਨਹੀਂ ਕੁਝ ਦਿਖਦਾ, ਕੌਣ ਵੱਡਾ ਕੌਣ ਛੋਟਾ। ਕ੍ਰੋਧ ਇਹੋ ਜਿਹੀ ਹਾਲਤ ਕਰ ਦਿੰਦਾ। ਇਹ ਕਾਮ ਕ੍ਰੋਧ ਨੇ ਵੀ ਸਾਰਾ ਜਗਤ ਜਿੱਤ ਲਿਆ। ਮੋਹ ਹੰਕਾਰ ਨੇ, ਮੋਹ ਤੇ ਰਾਜਾ ਹੈ ਇਹਨਾਂ ਸਾਰਿਆਂ ਦਾ। ਦੋਹਰਾ ਧਨ 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 ਕੋ ਭਾਖੀਆ। ਮਹਾਰਾਜ ਕਹਿੰਦੇ ਆ ਵੀ ਧਨ ਧਨ, ਇਸ ਕਰਕੇ ਭਾਈ ਜਿਹੜਾ ਧਨ ਹੈ, ਧਨ ਨੂੰ ਧਨ ਹੀ ਧਨ ਸਭ ਕੋਈ ਕਹਿੰਦੇ ਹੈ। ਧਨ ਨੂੰ ਤੇ ਧਨ ਹੀ ਧਨ ਕਹਿਣਾ ਚਾਹੀਦਾ ਹੈ। ਜਾ ਕਾ ਜਗਤ ਗੁਲਾਮ। ਕਿਉਂਕਿ ਜਿਸ ਦਾ ਸਾਰਾ ਸੰਸਾਰ ਹੀ ਵਿਚਾਰਾ ਗੁਲਾਮ ਹੈ, ਉਹ ਧਨ ਨੂੰ ਤੇ ਧਨ ਧਨ ਹੀ ਗੁਰੂ ਮਹਾਰਾਜ ਕਹਿੰਦੇ ਕਹਿਣਾ ਚਾਹੀਦਾ। ਇਹ ਸਾਡੇ ਵਾਸਤੇ ਕਿਹਾ, ਉਂਝ ਤੇ ਭਗਤਾਂ ਨੇ ਤੇ ਧਨ ਨੂੰ ਧਨ ਨਹੀਂ ਕਿਹਾ। ਧਨ ਦੇ ਤੇ ਉਹਨਾਂ ਦੇ ਜਿਹੜੇ ਨਾ ਕੱਟ ਕੁੱਟ ਕੇ ਮਾਇਆ ਨੂੰ ਵੀ ਪਰੇ ਸੁੱਟਤਾ ਹੈ ਭਗਤਾਂ ਨੇ। ਧਨ ਇਹ ਕਈ ਥਾਵਾਂ ਦੇ ਪਾਠ ਜਿਹੜੇ ਆ ਟਿੱਪੀਆਂ ਲਾ ਕੇ 2 ਪਾਠ ਧੰਨ ਧੰਨ, ਹਜ਼ੂਰ ਸਾਹਿਬ ਦੀ ਬੀੜ 'ਚ ਵੀ ਇਸੇ ਤਰ੍ਹਾਂ ਹੀ ਆ। ਕਈ ਥਾਵਾਂ 'ਤੇ ਪਾਠ ਧੰਨ ਧੰਨ
ਤਿੰਨੇ ਪਾਠ ਇੱਕੋ ਜਿਹੀ ਹੈ, ਧੱਦਾ ਨੰਨੇ ਸਿਆਰੀ। ਧੰਨ 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 ਕੋ ਭਾਖੀ ਹੈ। ਧੰਨ ਨੂੰ ਤੇ ਭਾਈ ਧੰਨ ਧੰਨ ਹੀ ਕਹਿਣਾ ਚਾਹੀਦਾ ਹੈ, ਜਿਸ ਦਾ ਸਾਰਾ ਜਗਤੀ ਗੁਲਾਮ ਹੈ। ਤੇ ਗੁਲਾਮ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਜਿਹੜਾ ਕੋਈ ਨੌਕਰੀ ਚਾਕਰੀ ਕਰਦਾ, ਅਧਿਆਪਕ ਆਦਿਕ ਦੀ, ਚਲੋ ਦੂਰ ਦ੍ਰਿਸ਼ਟੀ ਨਾਲ ਵੇਖੀ ਵੀ ਉਹ ਵੀ ਗੁਲਾਮੀ ਹੋ ਜੇ, ਪਰ ਉਹਨਾਂ ਦੀ ਇਹ ਫਾਇਦਾ ਹੈ ਸਰਕਾਰੀ ਨੌਕਰੀ ਦਾ, ਉਹਨਾਂ ਦਾ ਉਹ ਕੁਝ ਕਰਦੇ ਜਾਣਗੇ ਅਤੇ ਉਹਨਾਂ ਦੀ ਤਰੱਕੀ ਹੁੰਦੀ ਹੈ। ਪਹਿਲਾਂ ਵੀ ਤਨਖਾਹ ਮਿਲਦੀ ਹੈ, ਫਿਰ ਵੱਧਦੀ ਹੈ ਅਤੇ ਤਰੱਕੀ ਹੋਈ ਜਾਂਦੀ। ਪਰ ਜਿਹੜਾ ਗੁਲਾਮ ਹੈ ਉਹਦੀ ਕੋਈ ਤਰੱਕੀ ਨਹੀਂ। ਉਹਦੇ ਕੋਲ ਕੰਮ ਵੀ ਪੂਰਾ, ਜਿਹੜਾ ਲੋਕ ਲੈਂਦੇ ਹੈ ਜਿਨ੍ਹਾਂ ਕੋਲ ਇਹੋ ਜਿਹੇ ਕੋਈ ਕਾਬੂ ਆ ਜਾਂਦਾ ਵਿਚਾਰਾ ਗਰੀਬ ਮਾਤੜ, ਉਹਦੇ ਕੋਲ ਕੰਮ ਵੀ ਪੂਰਾ ਲੈਂਦੇ। ਜੇ ਕੋਈ 3-5 ਕਰੇ ਤਾਂ ਉਹਦੇ ਫਿਰ 2-3 ਛੱਡ ਵੀ ਦਿੰਦੇ ਆ, ਝੰਜੋੜ ਵੀ ਦਿੰਦੇ ਉਹਨੂੰ, ਤੂੰ ਬਹਿੰਦਾ ਕਿ ਨਹੀਂ ਬਹਿੰਦਾ ਹੈ, ਫਿਰ ਉੱਥੇ ਹੀ ਉਹ ਬਹਿ ਜਾਂਦਾ। ਇਵੇਂ ਉਹ ਗੁਲਾਮ ਦੀ ਕੋਈ ਜ਼ਿੰਦਗੀ ਨਹੀਂ। ਧੰਨ 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 ਨੂੰ ਤੇ ਧੰਨ ਧੰਨ ਹੀ ਕਹਿਣਾ ਚਾਹੀਦਾ, ਜਿਹਦਾ ਸਾਰਾ ਹੀ ਸੰਸਾਰ ਹੀ ਗੁਲਾਮ ਹੈ। ਇਹਦੇ ਬਿਨਾਂ ਤੇ ਹਰ ਇੱਕ ਦੀ ਹਾਲਤ ਮਾੜੀ ਹੋਈ ਪਈ। ਤਾਂ ਇਹ ਕਿਸੇ ਵਿਦਵਾਨ ਨੇ ਲਿਖਿਆ, ਪਰਸੂ ਪਰਸਾ ਪਰਸਰਾਮ ਯਹ ਧਨ ਕੇ ਇਹ ਮਾਇਆ ਕੇ ਤੀਨ ਨਾਮ, ਕਿ ਜਿਦ ਕੋ ਤੇ ਕੱਖ ਨਹੀਂ ਹੈਗਾ ਉਹਨੂੰ ਕਹੀਦਾ ਪਰਸੂ। ਇਹ ਭੱਦਾ ਜਿਹਾ ਹੀ ਸ਼ਬਦ ਹੈ, ਪਰਸੂ ਕੋਈ ਸਤਿਕਾਰ ਦਾ ਨਹੀਂ ਸ਼ਬਦ। ਜਿਦ ਕੋ ਥੋੜ੍ਹੇ ਬਹੁਤੇ ਹੈਗੇ ਉਹਨੂੰ ਕਹਿੰਦੇ ਆਓ ਪਰਸਾ ਜੀ। ਜਿਦ ਕੋ ਕੁਝ ਥੋੜ੍ਹਾ ਬਹੁਤਾ ਹੈਗਾ ਹੈ, ਪਤਾ ਵੀ ਥੋੜ੍ਹਾ ਕੁ ਇਹ ਇਸ ਕੰਮ 'ਚ ਰੱਖਦਾ ਹੈ ਪੈਰ। ਜਿਦ ਕੋ ਪੂਰਾ ਲਬਾ ਲੱਭ ਭਰਿਆ ਪਿਆ ਉਹਨੂੰ ਕਹਿੰਦੇ ਆਓ ਪਰਸਾ ਰਾਮ ਜੀ, ਆਓ ਮਹਾਰਾਜ ਆਓ, ਤੁਹਾਡੇ ਦਰਸ਼ਨ ਨਹੀਂ ਹੋਏ, ਬੜੇ ਦਿਨ ਹੋ ਗਏ। ਜਿਹਦੇ ਕੋਲ 4 ਪੈਸੇ ਹੈ ਉਹਨੂੰ ਇਵੇਂ ਹੀ ਸੰਸਾਰ ਦੇ ਲੋਕ ਕਹਿੰਦੇ, ਮਹਾਰਾਜ ਤੁਹਾਡੇ ਦਰਸ਼ਨ ਨਹੀਂ ਹੁੰਦੇ, ਪਤਾ ਨਹੀਂ ਕਿੱਥੇ ਰਹਿੰਦੇ ਤੁਸੀਂ। ਜੇ ਕੋਈ ਗਰੀਬ ਮਾਤੜ ਮਿਲ ਗਿਆ, ਲੈ ਇਹ ਕਿੱਥੋਂ ਮੱਥੇ ਲੱਗ ਗਿਆ ਹੈ, ਹੁਣ ਕੰਮ ਹੀ ਨਹੀਂ ਚੰਗਾ ਹੋਣਾ। ਇਵੇਂ ਧਨ ਨੂੰ ਫਿਰ ਧੰਨ ਧੰਨ ਹੀ ਕਹਿਣਾ ਚਾਹੀਦਾ ਨਾ, ਜਿਸ ਕਰਕੇ ਸਲਾਮ ਹੈ ਉਹ ਧੰਨ ਕਰਕੇ ਹੀ ਹੈ ਨਾ ਕਹਿਣਾ ਵੀ ਮਹਾਰਾਜ ਤੁਹਾਡੇ ਦਰਸ਼ਨ ਨਹੀਂ ਹੁੰਦੇ, ਜਾਂ ਸਲਾਮਾਂ ਕਰਨੀਆਂ ਕਿਸੇ ਨੂੰ, ਉਹ ਪੈਸੇ ਦੀ ਸਾਰੀ ਗੱਲ ਹੈ। ਨਹੀਂ ਤਾਂ ਚੰਮ ਉਹ ਸ਼ਾਹੂਕਾਰ ਦਾ ਵੀ ਉਹੋ ਜਿਹਾ, ਗਰੀਬ ਦਾ ਚੰਮ ਵੀ ਉਹੋ ਜਿਹਾ ਹੈ, ਅਤੇ ਦੋਵੇਂ ਇੱਕੋ ਜਿਹੇ। ਸਰੀਰ ਉਹੋ ਹੀ, ਹੱਡ ਮਾਸ ਨਾੜੀ ਪਿੰਜਰ ਅੱਖਾਂ ਮੂੰਹ ਨੱਕ ਸਭ ਇੱਕੋ ਹੀ ਹੈ। ਬਸ ਉਹਦੇ ਕੋਲ ਪੈਸਾ ਅਤੇ ਉਹਨੂੰ ਸਲਾਮ। ਜਿਹੜਾ ਕੋਈ ਗਰੀਬ ਹੈ ਉਹਨੂੰ ਕੋਈ ਸਲਾਮ ਨਹੀਂ, ਉਹਦੇ 'ਤੇ ਕੋਈ ਸਲਾਮ ਨਹੀਂ, ਉਹਨੂੰ ਤਾਂ ਲੋਕ ਰਾਹ ਹੀ ਛੱਡ ਜਾਂਦੇ ਉਹਦਾ। ਜਿਵੇਂ ਕਾਂਸੀ ਵਿੱਚ ਇੱਕ ਭੰਗੀ ਸੀ, ਅਤੇ ਉਹ ਭੰਗੀ ਐਵੇਂ ਲੈਟਰਨ ਹੀ ਸਾਫ਼ ਕਰਦਾ ਸੀ ਗੰਦਮੰਦ ਲੋਕਾਂ ਦੇ, ਅਤੇ ਉਹਨੂੰ ਕਿਤੇ ਕੁਦਰਤੀ ਰੱਬ ਵੱਲੋਂ ਹੀ ਚੰਗੀ ਕਿਤੇ ਮਾਇਆ ਦਾ ਗੱਫਾ ਲੱਭ ਗਿਆ। ਉਹ ਮਾਇਆ ਦਾ ਗੱਫਾ ਲੱਭਿਆ ਅਤੇ ਫਿਰ ਉਹਨੇ ਉਸ ਮਾਇਆ ਦੇ ਚੰਗਾ ਘਰ ਬਣਾ ਲਿਆ। ਸੋਹਣੇ ਘਰ ਤਿਆਰ ਕਰਕੇ ਇੱਕ ਘੋੜੀ ਵੀ ਚੰਗੀ ਲੈ ਲਈ। ਜਦੋਂ ਘੋੜੀ 'ਤੇ ਚੜ੍ਹ ਕੇ ਬਾਹਰ ਜਾਇਆ ਕਰੇ, ਲੋਕ ਉਹਨੂੰ ਸਲਾਮ ਕਰਿਆ ਕਰਨ। ਹੁਣ ਇਹ ਕਾਂਸ਼ੀ ਵਿੱਚ ਹੀ ਰਹਿੰਦਾ ਸੀ। ਕਾਂਸ਼ੀ ਵਿੱਚ ਤੇ ਭੰਗੀ ਵੀ ਬੜੇ ਸਿਆਣੇ ਹੈ, ਵਿਦਵਾਨ। ਕਾਂਸ਼ੀ ਵਿਦਵਾਨਾਂ ਦੀ ਇੱਕ ਨਗਰੀ ਮੰਨੀ ਹੈ ਕਾਂਸ਼ੀ। ਸਲਾਮ ਕਰਦੇ ਅਤੇ ਇਹ ਕਹਿ ਦਿਆ ਕਰੇ ਅੱਗੋਂ, ਕੋਈ ਨਹੀਂ ਪਹੁੰਚਾ ਦਿਆਂਗੇ ਕਹਿ ਦਿਆਂਗੇ। ਅਤੇ ਲੋਕ ਹੱਸਿਆ ਕਰਨ, ਪਰ ਇਹ ਜੋ ਘੁਸਰ ਮੁਸਰ ਕਰਿਆ ਕਰਨ ਵੀ ਅਸੀਂ ਇਹਨੂੰ ਕਹਿੰਦੇ ਹਾਂ ਵੀ ਸਲਾਮ ਹੋਵੇ, ਇਹਨੂੰ ਸਿਰ ਝੁਕਾਉਂਦੇ ਹਾਂ, ਇਹ ਕਹਿੰਦਾ ਅੱਗੋਂ ਵੀ ਕਹਿ ਦਿਆਂਗੇ ਦੱਸ ਦਿਆਂਗੇ। ਇਹ ਕਹਿੰਦਾ ਕੀ ਹੈ। ਫਿਰ ਇੱਕ ਦਿਨ 2-3 ਜਣਿਆਂ ਪੁੱਛ ਹੀ ਲਿਆ ਕਿ ਮਹਾਰਾਜ ਅਸੀਂ ਤੁਹਾਨੂੰ ਤਾਂ ਬੁਲਾਉਂਦੇ ਹਾਂ, ਸਲਾਮ ਕਰਦੇ ਹਾਂ, ਤੁਸੀਂ ਅੱਗੋਂ ਕਹਿੰਦੇ ਵੀ ਪਹੁੰਚਾ ਦਿਆਂਗੇ ਕਹਿ ਦਿਆਂਗੇ, ਪਹੁੰਚਾ ਦਿਆਂਗੇ ਕਹਿ ਦਿਆਂਗੇ। ਕਹਿੰਦੇ ਹਾਂ ਮੈਂ ਠੀਕ ਹੀ ਤਾਂ ਕਹਿੰਦਾ ਹਾਂ। ਕਹਿੰਦੇ ਵੀ ਕਿਉਂ ਕਹਿੰਦੇ ਤੁਸੀਂ? ਕਹਿੰਦੇ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਹੈ ਤੁਹਾਡਾ ਉਹੀ ਭੰਗੀ ਪਹਿਲਾਂ ਹੀ, ਅਤੇ ਭੰਗੀ ਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀ। ਅੱਜ ਜਦੋਂ ਦੇ ਘੋੜੀ 'ਤੇ ਚੜ੍ਹ ਕੇ ਬਾਹਰ ਆਉਣਾ ਉਦੋਂ ਦੇ ਲੋਕ ਸਲਾਮਾਂ ਕਰਦੇ ਹੈ, ਅਤੇ ਘੋੜੀ 'ਤੇ ਚੜ੍ਹਨ ਨੂੰ ਸਲਾਮ ਹੈ, ਭਾਵ ਮਾਇਆ ਦੀ ਘੋੜੀ ਆਈ ਹੈ, ਮਾਇਆ ਕਰਕੇ ਸਲਾਮ ਹੈ। ਨਹੀਂ ਤਾਂ ਉਹੀ ਭੰਗੀ ਦੇ ਮੋਹੀ ਆ ਪਹਿਲਾਂ ਹੀ, ਉਦੋਂ ਕੋਈ ਪੁੱਛਦਾ ਨਹੀਂ ਸੀ।
ਹੁਣ ਸਾਰੇ ਸਲਾਮ ਸਲਾਮ ਕਹਿੰਦੇ ਆ, ਤੇ ਮੈਂ ਤਾਂ ਕਹਿੰਦਾ ਵੀ ਮੈਂ ਕਹਿ ਦਿਆਂਗਾ, ਪਹੁੰਚਾ ਦਿਆਂਗਾ, ਵੀ ਮਾਇਆ ਨੂੰ ਮੈਂ ਕਹਿ ਦਿਆਂਗਾ ਇਹ ਗੱਲ ਵੀ ਫਲਾਣਾ ਵੀ ਤੈਨੂੰ ਸਲਾਮ ਕਰਦਾ ਸੀ, ਧੰਗਾਣਾ ਵੀ ਤੈਨੂੰ ਸਲਾਮ ਕਰਦਾ ਸੀ, ਤੁਸੀਂ ਮੈਨੂੰ ਥੋੜ੍ਹੀ ਸਲਾਮ ਕਰਦੇ ਹੋ। ਜਦੋਂ ਮੇਰੇ ਕੋਲ ਕੁਝ ਨਹੀਂ ਸੀ ਉਦੋਂ ਕਿਸੇ ਦੀ ਸਲਾਮ ਨਹੀਂ ਸੀ ਹੁੰਦੀ। ਆਹ ਹੁਣ ਜਦੋਂ ਦੀ ਘੋੜੀ 'ਤੇ ਚੜ੍ਹੇ ਆ, ਘਰ ਬਾਹਰ ਚੰਗਾ ਬਣਾਇਆ, ਸਾਰੇ ਸਲਾਮ ਕਰਦੇ ਆ। ਪਾਪ ਮਾਇਆ ਨੂੰ ਸਲਾਮ ਹੈ, ਮੈਨੂੰ ਸਲਾਮ ਨਹੀਂ। ਇਸ ਕਰਕੇ ਮੈਂ ਕਹਿੰਦਾ ਵੀ ਤੈਨੂੰ ਪੂਜਣ ਵਾਲੇ ਬੜੇ ਆ, ਵੇਲਾ ਤੈਨੂੰ ਕਿੰਨੇ ਸਲਾਮਾਂ ਕਰਦੇ। ਇਹ ਗੱਲ ਕਹੀ। ਫਿਰ ਉਹ ਸਾਰੇ ਵੇਖਣ ਬਿਟਰ ਵੀ ਗੱਲ ਤਾਂ ਬਿਲਕੁਲ ਠੀਕ ਹੈ। ਗੁਰੂ ਮਹਾਰਾਜ ਉਸੇ ਪੱਖ ਨਾਲ ਹੀ ਇੱਥੇ ਕਹਿ ਰਹੇ ਆ, ਸੰਪਰਦਾਈ ਅਰਥੇ ਦਾ ਇਹ ਵੀ ਹੈ ਕਿ ਧਨ 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 ਕੋ ਭਾਖੀ ਹੈ। ਜੋ ਧਨ ਵਾਲਾ ਹੈ ਨਾ, ਧਨ ਕਹੀਏ ਧਨੀ, ਉਸ ਧਨ ਵਾਲੇ ਧਨੀ ਨੂੰ ਧਨ ਹੀ ਧਨ ਸਭ ਕੋਈ ਕਹਿੰਦੇ ਹੈ। ਜਿਸ ਧਨ ਦਾ ਸਾਰਾ ਜਗਤੀ ਗੁਲਾਮ ਹੈ, ਲੋਕ ਸਲਾਮਾਂ ਕਰਦੇ ਉਹ ਧਨ ਵਾਲੇ ਨੂੰ। ਸਭ ਨਿਰਖਤ ਜਾ ਕੋ ਫਿਰੈ, ਜਿਸ ਨੂੰ ਸਾਰੇ ਲੱਭਦੇ ਢੂੰਡਦੇ ਫਿਰਦੇ ਆ। ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਕੋਈ ਦੇਸ਼ ਨਹੀਂ ਛੱਡਦੇ। ਸਭ ਚੱਲ ਕਰਤ ਸਲਾਮ, ਸਾਰੇ ਜਿਹੜੇ ਹੈ ਨਾ ਚੱਲ ਚੱਲ ਕੇ ਮਾਇਆ ਨੂੰ ਆਪ ਸਲਾਮਾਂ ਕਰਦੇ ਆ। ਜਿਦ ਕੋ ਮਾਇਆ ਨੂੰ ਆਪ ਜਾ ਜਾ ਕੇ ਸਲਾਮਾਂ ਕਰਦੇ ਆ। ਸਿਰ ਝੁਕਾਉਂਦੇ ਆ, ਮੱਥੇ ਟੇਕਦੇ ਆ, ਗੋਡਿਆਂ 'ਤੇ ਮੱਥਾ ਟੇਕਦੇ, ਪੈਰਾਂ 'ਤੇ ਮੱਥਾ ਟੇਕਦੇ, ਐਵੇਂ ਸਲਾਮਾਂ ਕਰਦੇ ਜਿਹਦੇ ਘਰ ਵਿੱਚ ਹੈ ਧਨ ਵਾਲਾ ਜਿਹੜਾ ਹੈ। ਜੋ ਪਈ ਕਾਲ ਨਾ ਕਉ ਕਰਨ ਸਮਾਰਾ, ਤੇ ਜਿਹੜਾ ਕਾਲ ਮੌਤ ਨੂੰ ਤੇ ਕੋਈ ਨਾ ਕੋ ਕਰਨ ਸਮਾਰਾ, ਅੰਤ ਵੇਲੇ ਕੋਈ ਸੰਭਾਲਦਾ ਨਹੀਂ ਕਰਦਾ। ਮੌਤ ਦਾ ਤੇ ਕੋਈ ਚੇਤਾ ਨਹੀਂ ਕਰਦਾ। ਪੈਸੇ ਧੇਲੇ ਦਾ ਬਹੁਤ ਚੇਤਾ ਕਰਦਾ ਬੰਦਾ ਹਰਦਮ। ਤੇ ਕਾਲ ਨਾ ਕੋ ਕਰਨ ਸਮਾਰਾ, ਮੌਤ ਨੂੰ ਤੇ ਕੋਈ ਸੰਭਾਲਣਾ ਨਹੀਂ ਕਰਦਾ। ਇਸੇ ਤਰ੍ਹਾਂ ਕਾਲ ਨਾ ਕੋ ਕਰਨ ਸਮਾਰਾ, ਉਸ ਕਾਲ ਵਾਹਿਗੁਰੂ ਦੀ ਤੇ ਕੋਈ ਗਿਣਤੀ ਨਹੀਂ ਕਰ ਸਕਦਾ। ਬੈਰ ਬਾਦ ਅਹੰਕਾਰ ਪਸਾਰਾ, ਜਿਸ ਕਾਲ ਨੇ ਬੈਰ ਝਗੜੇ ਤੇ ਅਹੰਕਾਰ ਦਾ ਫੈਲਾਓ ਕੀਤਾ ਹੈ। ਵੈਰ ਵਿਰੋਧ ਝਗੜੇ ਹੰਕਾਰੇ ਮਾਇਆ ਕਰਕੇ ਵਾਧਾ ਹੋਇਆ ਹੈ। ਲੋਭ ਮੂਲ ਇਹ ਜਗ ਕੋ ਹੁਆ, ਜਿਹੜਾ ਇਸ ਸੰਸਾਰ ਹੈ, ਇਸ ਸੰਸਾਰ ਨੂੰ ਮੁੱਢ ਤੋਂ ਹੀ ਲੋਭ ਤੇ ਬੜਾ ਹੋਇਆ ਹੈ। ਲੋਭ ਤੈਨੂੰ ਮੁੱਢ ਤੋਂ ਹੀ ਬੜਾ ਲੱਗਾ ਹੋਇਆ ਹੈ। ਲੱਭ ਕੁੱਤਾ ਕੂੜ ਚੂੜਾ ਚੰਬੜਿਆ ਹੋਇਆ ਇਸ ਨੂੰ। ਜਾਸੋ ਚਾਹਤ ਸਭੈ ਕੋ ਮੂਆ, ਜਿਸ ਦੀ ਚਾਹਨਾ ਵਿੱਚ ਹੀ ਸਾਰਾ ਜਗਤ ਲੋਭ ਨੂੰ ਪੂਰਾ ਕਰਦਾ ਕਰਦਾ ਹੀ ਮਹਾਰਾਜ ਕਹਿੰਦੇ ਮਰ ਰਿਹਾ ਹੈ। ਇਹ ਲੋਭ ਨਹੀਂ ਪੂਰਾ ਹੁੰਦਾ। ਤ੍ਰਿਸ਼ਨਾ ਦਾ ਤੇ ਖੂਹ ਏਡਾ ਵੱਡਾ ਹੈ ਜਿਹੜਾ ਕਦੀ ਭਰਦਾ ਹੀ ਨਹੀਂ, ਇਹ ਕਦੀ ਵੀ ਨਹੀਂ ਭਰਦਾ। ਸਤਿਗੁਰੂ ਮਹਾਰਾਜ ਜੀ ਦੇ ਆਪਣੇ ਬਚਨ ਹੈ, ਕੋਈ ਮਾਤੜ ਦੇ ਬਚਨ ਨਹੀਂ ਹੈ। ਕਈ ਕਹਿ ਦਿੰਦੇ ਆ ਨਾ ਵਿਚਾਰੇ ਬੈਠੇ ਬੂਠੇ ਉਹ ਸੋਚਦੇ ਰਹਿੰਦੇ, ਲੈ ਤੈਨੂੰ ਜਦੋਂ ਮਿਲਦੇ ਤੂੰ ਨਾ ਚੁੱਕੀ ਭਲਾ, ਤੂੰ ਨਾ ਲਈ ਭਲਾ, ਉਹ ਇਹੋ ਜਿਹੀਆਂ ਗੱਲਾਂ ਸੋਚਦੇ ਵਿਚਾਰੇ। ਪਰ ਇਹ ਭਾਈ ਜਿਹੜੇ ਬਚਨ ਹੁੰਦੇ ਆ, ਇਹ ਬਚਨ ਗੁਰੂ ਮਹਾਰਾਜ ਦੇ ਹੁੰਦੇ ਆ। ਸਤਿਗੁਰੂ ਇਸ ਚੀਜ਼ ਤੋਂ ਪਰੇ ਆ, ਉਹ ਗੁਰੂ ਕਹਿ ਰਹੇ ਆ। ਆਪਾਂ ਦੇ ਗੁਰੂ ਦੀ ਕਥਾ ਤੁਹਾਨੂੰ ਸੁਣਾ ਰਹੇ ਹਾਂ। ਸੱਚੇ ਪਾਤਸ਼ਾਹ ਜੀ ਦੇ ਹੱਥ ਵੱਸ ਹੈ ਸਭ ਕੁਝ। ਗੁਰੂ ਮਹਾਰਾਜ ਕੋ ਮਾਇਆ ਦੀ ਕੋਈ ਕਮੀ ਨਹੀਂ, ਪਰ ਗੁਰੂ ਮਹਾਰਾਜ ਨਿਰਲੇਪ ਕਿੰਨੇ ਆ, ਉਹਦੇ ਸੰਤ ਨਿਰਲੇਪ ਕਿੰਨੇ ਆ, ਭਗਤ ਕਿੰਨੇ ਨਿਰਲੇਪ ਹੈ। ਅੱਜ ਵੀ ਰੂਹਾਂ ਬੜੀਆਂ ਬੜੀਆਂ ਨਿਰਲੇਪ ਹੈ। ਮਾਇਆ ਕਰਕੇ ਉਹ ਕਿਸੇ ਨਾਲ ਝਗੜਾ ਨਹੀਂ ਕਰਦੇ, ਮਾਇਆ ਕਰਕੇ ਉਹ ਕਿਸੇ ਦੀ ਜ਼ਮੀਨ ਨਹੀਂ ਹੜੱਪਦੇ, ਗਰੀਬ ਮਾਰ ਨਹੀਂ ਕਰਦੇ, ਧੱਕੇ ਨਹੀਂ ਕਰਦੇ, ਹੱਥ ਖੋਲ੍ਹ ਕੇ ਮੰਗਦੇ ਨਹੀਂ ਫਿਰਦੇ। ਉਹ ਅੱਜ ਵੀ ਵਾਹਿਗੁਰੂ ਦੀਆਂ ਬਣਾਈਆਂ ਹੋਈਆਂ ਰੂਹਾਂ ਹੈਗੀਆਂ। ਇੱਕ ਇੱਕ ਕੱਪੜੇ 'ਚ ਗੁਜ਼ਾਰਾ ਕਰ ਲੈਂਦੇ। ਜੋ ਤੇੜ ਹੈਗਾ ਨਾ ਮਾੜਾ ਚੰਗਾ ਪਾਟਾ ਪੁਰਾਣਾ ਪਾ ਕੇ ਟਾਈਮ ਕੱਢ ਲੈਂਦੇ ਆਪਣਾ। ਇੱਕ ਟਾਈਮ ਖਾਧੀ, ਇੱਕ ਟਾਈਮ ਨਹੀਂ ਵੀ ਖਾਧੀ ਤਾਂ ਵੀ ਕੋਈ ਗੱਲ ਨਹੀਂ, ਪਰ ਮਾਰ ਘਾਟ ਨਹੀਂ ਕਰਦੇ। ਪੇਟ ਪਾਲਣ ਤੱਕ ਹੀ ਆਪਣਾ ਜਿਹੜਾ ਰੱਖਦੇ ਹਨ। ਸਤਿਗੁਰੂ ਕਹਿੰਦੇ ਆ, ਲੋਭ ਮੂਲ ਇਹ ਜਗ ਕੋ ਹੁਆ। ਇਸ ਸੰਸਾਰ ਨੂੰ ਜਿਹੜਾ ਸ਼ੁਰੂ ਤੋਂ ਹੀ, ਮੂਲ ਕਹੀਏ ਮੁੱਢ ਤੋਂ ਹੀ ਲੋਭ ਲੱਗਾ ਹੋਇਆ ਹੈ।
ਜਾ ਸੋ ਚਾਹਤ। ਜਿਸ ਲੋਭ ਦੀ ਚਾਹਨਾ ਪੂਰੀ ਕਰਨ ਵਾਸਤੇ, ਧਨ ਦੀ ਚਾਹਨਾ ਪੂਰੀ ਕਰਨ ਵਾਸਤੇ ਸਭੈ ਕੋ ਮੂਆ, ਸਾਰੇ ਮਰ ਰਹੇ ਹੈ, ਸਾਰੇ ਨਿਵਰਤ ਹੋ ਰਹੇ ਹੈ। ਇਸੇ ਹੜੱਪਣ ਦੇ ਵਿੱਚ ਹੀ ਖੱਟਣ ਦੇ ਵਿੱਚ ਹੀ ਬਹੁਤ ਪਰਪੰਚ ਕਰ ਪਰਤਾਂ ਲਿਆਵੈ। ਬਹੁਤ ਪਰਪੰਚ ਠੱਗੀਆਂ ਕਰ ਕਰਕੇ ਮਾਈ ਮਾਇਆ ਛਲ ਦੇਣ ਵਾਲੀ ਮਾਇਆ ਨੂੰ ਛਲ ਕੇ ਲਿਆਉਂਦੇ ਹਨ ਅਤੇ ਉਹ ਅਗਲਾ ਪਾਸਾ ਨਹੀਂ ਦੇਖਦੇ। ਗੁਰੂ ਮਹਾਰਾਜ ਜੀ ਦਾ ਸ਼ਲੋਕ 12 ਦੇ ਵਧੀਕ ਵਿੱਚ ਬਚਨ ਆਉਂਦਾ ਹੈ ਕਿ ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ। ਇਹ ਜਿਹੜੀ ਮਾਇਆ ਦਾ ਨਾਲ ਇੰਨਾ ਮੋਹ ਮਿੱਠਾ ਲੱਗਾ ਹੈ ਜੀਵ ਦਾ ਕਿ ਮਨੋਂ ਨਹੀਂ ਵਿਸਰਦੀ, ਇਹਨੂੰ ਕਦੀ ਨਹੀਂ ਭੁੱਲਦੀ, ਐਂਡ ਤੱਕ ਨਹੀਂ ਭੁੱਲਦੀ। ਇਹ ਗੱਲ ਜਗ ਜਾਰਾ ਹੀ ਹੈ। ਜਿਉਂ ਜਿਉਂ ਇਹ ਮਨੁੱਖ ਵਿਚਾਰਾ ਬਜ਼ੁਰਗ ਹੋ ਜਾਊਗਾ, ਉਹਨੂੰ ਹੀ ਭਰਮ ਪੈਣਾ ਸ਼ੁਰੂ ਹੋ ਜਾਊ ਵੀ ਸਾਰੇ ਘਰ ਦੀ ਵਾਂਗ ਡੋਰ ਮੇਰੇ ਸਿਰ 'ਤੇ ਅੜੀ ਹੈ। ਜਿਸ ਦਿਨ ਕਦੇ ਮੈਂ ਤਾਂ ਠਾਂ ਹੋ ਗਿਆ ਅਤੇ ਪਤਾ ਨਹੀਂ ਕਿ ਪਰਿਵਾਰ ਦਾ ਵਿਚਾਰੇ ਦਾ ਕੀ ਹੋ ਜਾਣਾ। ਜਿੰਨਾ ਬਜ਼ੁਰਗ ਹੋਊ ਉਨੀਆਂ ਚੀਜ਼ਾਂ ਦੀ ਸੰਭਾਲ ਕਰੂ, ਟੁੱਟੀਆਂ ਰੰਬੀਆਂ ਤੱਕ ਨਹੀਂ ਛੱਡੂਗਾ, ਚੁੱਕ ਚੁੱਕ ਕੇ ਘਰ ਖੜੂਗਾ। ਭਾਵ ਮਾਇਆ ਮਨੋ ਨਾ ਵੀਸਰੈ, ਮੰਗੈ ਦਮਾ ਦਮ। ਗੁਰੂ ਮਹਾਰਾਜ ਕਹਿੰਦੇ ਮੰਗਦਾ ਹੈ ਦਮੜੀ ਦਮੜੀ ਕਰਕੇ, ਕਦੀ ਕਿਤਿਓਂ ਗਰਾਲਾ ਕਦੀ ਕਿਤਿਓਂ ਗਰਾਲਾ, ਅਤੇ ਉਹ ਵਾਹਿਗੁਰੂ ਚੇਤੇ ਨਹੀਂ ਆਉਂਦਾ, ਉਹ ਪਰਮਾਤਮਾ ਚੇਤੇ ਨਹੀਂ ਆਉਂਦਾ। ਨਾਨਕ ਨਹੀਂ ਕਰਾਮਾ, ਜਿਸ ਕਰਕੇ ਪਰਮਾਤਮਾ ਚੇਤੇ ਨਹੀਂ ਆਉਂਦਾ। ਗੁਰੂ ਕਹਿੰਦੇ ਕਰਮ ਚੰਗੇ ਨਹੀਂ ਹੈ, ਕਰਮ ਮਾੜੇ ਹੈ, ਤਾਂ ਕਰਕੇ ਜੀਵ ਵਿਚਾਰੇ ਦੀ ਇਹ ਹਾਲਤ ਹੁੰਦੀ ਹੈ। ਮਾਇਆ ਮਾਇਆ ਕਰ ਮੋਏ, ਮਾਇਆ ਕਿਸੇ ਨਾ ਸਾਥ। ਮਾਇਆ ਮਾਇਆ ਕਰਦਾ ਬੰਦਾ ਮਰ ਜਾਂਦਾ ਅਤੇ ਨਾਲ ਜਾਂਦਾ ਨਹੀਂ ਕੁਝ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਰਸਨਾ ਨੂੰ ਕਹਿੰਦੇ ਹੈ ਕਿ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਕੁਝ ਪਾ ਲੈਂਦਾ ਥੋੜ੍ਹਾ ਬਹੁਤਾ ਮਾਲ ਧਨ, ਬੜਾ ਹੰਕਾਰ ਕਰਦਾ, ਹੰਕਾਰ ਕਰ ਕਰਕੇ ਅਤੇ ਵੈਰ ਲੋਕਾਂ ਨਾਲ ਕਰਦਾ, ਫਲਾਣੇ ਨੂੰ ਵੀ ਮੈਂ ਖਤਮ ਕਰ ਦਿਆਂਗਾ, ਮੈਨੂੰ ਘਾਟਾ ਕੋਈ, ਮੈਂ ਛੁੱਟ ਜਾਵਾਂਗਾ। ਅਤੇ ਜਦੋਂ ਚਲੇ ਜਾਂਦੀ ਮਾਇਆ ਫਿਰ ਰੋਣਾ ਸ਼ੁਰੂ ਕਰ ਦਿੰਦਾ, ਮੇਰੀ ਤਾਂ ਬੜੀ ਬੁਰੀ ਹਾਲਤ ਹੋ ਗਈ, ਨਿਹੱਥੇ ਹੋ ਗਏ, ਪਤਾ ਨਹੀਂ ਕੀ ਹੋ ਗਿਆ। ਇਵੇਂ ਬੰਦੇ ਦੀ ਹਾਲਤ ਹੋ ਜਾਂਦੀ ਹੈ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸੁਭ ਬੰਸ ਵਰਣਨੰ ਦੁਤੀਆ ਧਿਆਏ। ਇੱਥੇ ਸ੍ਰੀ ਬਚਿੱਤਰ ਨਾਟਕ ਗ੍ਰੰਥ ਦੇ ਜਿਹੜੇ ਦੂਸਰੇ ਅਧਿਆਏ ਦੀ ਇਤਿਕਈ ਸਮਾਪਤੀ ਹੋਈ ਹੈ, ਜਿਸ ਵਿੱਚ ਮਹਾਰਾਜ ਜੀ ਨੇ ਸੋਢ ਬੰਸ, ਸ਼ੁਭ ਚੰਗੀ ਬੰਸ ਦਾ ਵਰਣਨ ਕੀਤਾ ਹੈ। ਗੁਰੂ ਮਹਾਰਾਜ ਜੀ ਨੇ ਦੂਸਰਾ ਅਧਿਆਏ ਬਚਿੱਤਰ ਨਾਟਕ ਗ੍ਰੰਥ ਦਾ ਸਮਾਪਤ ਕੀਤਾ। ਅਫਜੂ ਦਾ ਅਰਥ ਹੋਰ ਚੱਲਦਾ, ਬਾਕੀ ਚੱਲਦਾ ਅੱਗੇ ਹੋਰ ਆਏਗਾ। ਬਚਿੱਤਰ ਨਾਟਕ ਗ੍ਰੰਥ ਦਾ ਹੀ ਪ੍ਰਸੰਗ ਅਗਲਾ ਅਧਿਆਏ। ਅਤੇ ਅਫਜੂ ਦਾ ਅਰਥ ਸੰਪਰਦਾਇ ਵੀ ਜੋੜ। ਪਿੱਛੇ 101 ਛੰਦ ਹੋਏ ਹੈ, 24 ਦੋਹਰੇ ਮਿਲਾ ਕੇ, ਹੁਣ 137 ਜਿਹੜੇ ਆ ਛੰਦ ਹੋ ਗਏ ਹੈ, 36 ਇਹਦੇ ਵਿੱਚ ਆਏ ਹੈ, 101 ਪਹਿਲਾਂ ਸੀ। ਇਸ ਤਰ੍ਹਾਂ 137 ਜਿਹੜੇ ਹੈ ਛੰਦਾਂ ਦਾ ਅਫਜੂ ਕਹੀਏ ਜੋੜ ਹੋ ਗਿਆ ਹੈ। ਜਿੱਥੇ ਵੀ ਅਧਿਆਏ ਦੀ ਸਮਾਪਤੀ ਹੋਊਗੀ ਉੱਥੇ ਅਫਜੂ ਆਊਗਾ। ਅਫਜੂ ਦਾ ਅਰਥ ਐਵੇਂ ਜੋੜ, ਮੁੱਖ ਰੂਪ ਵਿੱਚ ਸੰਪਰਦਾਇ ਕਰ ਲੈਣਾ ਹੈ। ਇਹ ਗੁਰੂ ਮਹਾਰਾਜ ਜੀ ਦੇ 2 ਅਧਿਆਏ ਇੱਥੇ ਸਮਾਪਤ ਹੋ ਗਏ ਹਨ। ਅੱਗੇ ਜਿਵੇਂ ਕਥਾ ਵਿਚਾਰ ਆਏਗੀ ਉਹ ਆਪਾਂ ਕੱਲ੍ਹ ਦੀ ਦੀਵਾਨਾ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਕਾਲ ਨਾ ਕੋ ਕਰਨ ਸਮਾਰਾ, ਬੈਰ ਬਾਦ ਅਹੰਕਾਰ ਪਸਾਰਾ। ਲੋਭ ਮੂਲ ਇਹ ਜਗ ਕੋ ਹੁਆ, ਜਾਸੋ ਚਾਹਤ ਸਭੈ ਕੋ ਮੂਆ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਸੁਭ ਬੰਸ ਵਰਣਨੰ ਦੁਤੀਆ ਧਿਆਏ।
ਅਫਜੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।